सतनाम श्री वाहे गुरु जी। कृपा करो दीन के दाते, मेरा गुण अवगणना विचारो कोई। माटी का माटी का क्या तो पे स्वामी, मानस की गत यही। आनंद गुण निदान गुरु गरीब नवाज जियो, सारी संगत बोलना जी सतनाम श्री वाहे गुरु जी। गिद्दड़ा तो शेर साजे, धन बाजा वालिया जी गिद्दड़ा तो शेर साजे, धन बाजा वालिया जी गिद्दड़ा तो शेर साजे, धन बाजा वालिया जी गिद्दड़ा तो शेर साजे। चढ़दी कला दा लावे, चढ़दी कला दा लावे नारा तेरा खालसा, चढ़दी कला दा लावे नारा तेरा खालसा, नारा तेरा खालसा। मुख चो ना सी कहंदा, खबर लहावे सिरो मुख चो ना सी कहंदा, खबर लहावे सिरो मुख चो ना सी कहंदा, खबर लहावे सिरो मुख चो ना सी कहंदा। हो सिरा उत्ते चलदा है, सिरा उत्ते चलदा है आरा तेरा खालसा, सिरा उत्ते चलदा है आरा तेरा खालसा, आरा तेरा खालसा।
ਸਿੱਖ ਨਾਮ ਜਪੀ ਜਾਵੇ ਹੋ ਬੰਦ ਬੰਦ ਕੱਟੀ ਜਾਵੇ ਸਿੱਖ ਨਾਮ ਜਪੀ ਜਾਵੇ ਹੋ ਬੰਦ ਬੰਦ ਕੱਟੀ ਜਾਵੇ ਸਿੱਖ ਨਾਮ ਜਪੀ ਜਾਵੇ ਹੋ ਬੰਦ ਬੰਦ ਕੱਟੀ ਜਾਵੇ ਸਿੱਖ ਨਾਮ ਜਪੀ ਜਾਵੇ ਹੋ ਸਿੱਦਕ ਨਿਭਾਉਂਦਾ ਏ ਸਦਕ ਨਿਭਾਉਂਦਾ ਹੈ ਨਿਆਰਾ ਤੇਰਾ ਖਾਲਸਾ ਸਿੱਦਕ ਨਿਭਾਉਂਦਾ ਏ ਨਿਆਰਾ ਤੇਰਾ ਖਾਲਸਾ ਨਿਆਰਾ ਤੇਰਾ ਖਾਲਸਾ ਹੱਦਾਂ ਬੰਨੇ ਟੱਪ ਜਾਵੇ ਮੇਰੀ ਹੱਥ ਚੱਕ ਜਾਵੇ ਹੱਦਾਂ ਬੰਨੇ ਟੱਪ ਜਾਵੇ ਮੇਰੀ ਹੱਥ ਚੱਕ ਜਾਵੇ ਹੱਦਾਂ ਬੰਨੇ ਟੱਪ ਜਾਵੇ ਮੇਰੀ ਹੱਥ ਚੱਕ ਜਾਵੇ ਹੱਦਾਂ ਬੰਨੇ ਟੱਪ ਜਾਵੇ ਹੋ ਵਾਰਿਸ ਫੇ ਪਾਉਂਦਾ ਏ ਵਾਰਿਸ ਫੇ ਪਾਉਂਦਾ ਏ ਖਲਾਰਾ ਤੇਰਾ ਖਾਲਸਾ ਵਾਰਿਸ ਫੇ ਪਾਉਂਦਾ ਏ ਖਲਾਰਾ ਤੇਰਾ ਖਾਲਸਾ ਖਲਾਰਾ ਤੇਰਾ ਖਾਲਸਾ ਹੋ ਵਾਹਿਗੁਰੂ 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 ਰਿਪੀਟ ਬੰਦ ਕਰ ਦੇ ਵਾਹਿਗੁਰੂ 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 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਅਬ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਹਾਜ਼ਰਾ ਹਜ਼ੂਰ ਜ਼ਾਹਰਾ ਜੋਹਰ ਸਰਬ ਕਲਾ ਭਰਪੂਰ ਬਾਣੀ ਕੇ ਬੋਧ ਚਬਰ ਛਤਰ ਤਖਤ ਦੇ ਮਾਲਕ ਮਾਲਕੇ ਕਾਇਨਾਤ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੇ ਬੈਠੇ ਗੁਰੂ ਕੇ ਪਿਆਰ ਵਾਲੋ ਇੱਕ ਵਾਰੀ ਇਕਾਗਰਤਾ ਬਣਾਓ ਤੇ ਫਤਿਹ ਦਾ ਜੋਗ ਉੱਤਰ ਦੇ ਕੇ 10 ਇਹਨਾਂ ਨੂੰ ਧੰਨਵਾਦੀ ਬਣਾਓ ਬਾਟੇ ਵਿੱਚ ਪਾਣੀ ਤੇ ਪਾਣੀ ਵਿੱਚ ਬਾਣੀ ਪਾ ਕੇ ਬਾਣੀ ਨੂੰ ਘੋਲ ਕੇ ਪਲਾਇਆ ਬਾਜਾਂ ਵਾਲੇ ਨੇ ਪੰਜ ਪੰਜ ਮਾਰੇ ਛੱਟੇ ਸੀਸ ਅਤੇ ਨੇਤਰਾਂ 'ਚ ਫੇਰ ਬਾਟਾ ਮੂੰਹਾਂ ਤਾਈਂ ਲਾਇਆ ਬਾਜਾਂ ਵਾਲੇ ਨੇ ਫਤਿਹ ਨੂੰ ਬੁਲਾਉਣ ਵੇਲੇ ਵਾਹਿਗੁਰੂ ਦਾ ਜਾਪ ਹੁੰਦਾ 30 ਵਾਰੀ ਵਾਹਿਗੁਰੂ ਕਹਾਇਆ ਬਾਜਾਂ ਵਾਲੇ ਨੇ ਇੱਕ ਵਾਰ ਫਤਿਹ ਬੁਲਾ ਕੇ 2 ਵੇਰਾ ਆਪਣੇ ਆਪ ਵਾਹਿਗੁਰੂ ਸ਼ਬਦ ਦਾ ਸਿਮਰਨ ਹੋ ਜਾਂਦਾ ਇਹਦਾ ਮਤਲਬ ਫਤਿਹ ਸਿਮਰਨ ਹੈ ਤੇ ਸਿਮਰਨ ਉਹ ਪ੍ਰਾਣੀ ਕਰਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਹੁਣ ਜਿਹੜੇ ਤਾਂ ਗੱਜ ਕੇ ਫਤਿਹ ਬੁਲਾਉਣਗੇ ਉਹ ਸਮਝ ਲਓ ਵੀ ਸਾਡੇ ਉੱਤੇ ਗੁਰੂ ਦੀ ਕਿਰਪਾ ਹੈ ਤੇ ਜਿਹੜੇ ਫਤਿਹ ਬੁਲਾਉਣ ਤੋਂ ਵਾਂਝੇ ਰਹਿ ਗਏ ਉਹ ਸਮਝ ਲਓ ਵੀ ਸਾਡੇ ਉੱਤੇ ਹਾਲੇ ਗੁਰੂ ਦੀ ਕਿਰਪਾ ਹੋਈ ਨਹੀਂ ਸੱਚੀ ਪੁੱਛੋ ਨਾ ਤੇ ਆਪਾਂ ਆਪਣੇ ਸਿਧਾਂਤ ਤੋਂ ਟੁੱਟ ਚੁੱਕੇ ਆ ਇਹ ਗੱਲ ਤੁਹਾਨੂੰ ਹੁਣ ਮੰਨਣੀ ਪਵੇਗੀ ਕਿਤੇ ਪਰਖ ਕੇ ਵੀ ਵੇਖ ਲੈਣਾ ਵਾਹ ਵਾਹ ਕਿਉਂਕਿ ਸਿੱਖ ਦਾ ਸਿਧਾਂਤ ਹੈ ਆਗੇ ਆਬਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਅੱਜ ਤੁਸੀਂ ਕਿਸੇ ਨੂੰ ਵੀ ਫਤਿਹ ਬੁਲਾ ਕੇ ਵੇਖ ਲਓ ਇੱਕ ਗੱਲ ਹੋਰ ਯਾਦ ਰੱਖੋ ਜਿੱਦਣ ਅਸੀਂ ਪੂਰੀ ਸਿੰਘ ਨੂੰ ਸਿੰਘ ਮਿਲਦਾ ਸਿੱਖ ਨੂੰ ਸਿੱਖ ਮਿਲਦਾ ਇੱਕ ਕਹਿੰਦਾ ਸੀ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜਵਾਬ ਆਉਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਕਿਸੇ ਨੂੰ ਵੀ ਫਤਿਹ ਬੁਲਾ ਕੇ ਵੇਖ ਲਓ ਸਿੱਧਾ ਕਹਿ ਦਿੰਦੇ ਆ ਵਾਹ ਖਾਲਸਾ ਵਾਹ ਫਤਿਹ ਵਾਹਿਗੁਰੂ ਸ਼ਬਦ ਵਿੱਚੋਂ ਚੁੱਕਿਆ ਗਿਆ ਵਾਹ ਵਾਹ ਸੱਚ ਮੈਂ ਆਪਣੇ ਤੇ ਗੱਲ ਲਾਵਾਂ ਕਈ ਵਾਰੀ ਅਸੀਂ ਦੀਵਾਨ ਦੇ ਕੇ ਜਾਈਦਾ ਤੇ ਕੋਈ ਸੱਜਣ ਪਿਆਰਾ ਮਗਰੋਂ ਆਵਾਜ਼ ਮਾਰ ਕੇ ਕਹਿੰਦਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗਿਆਨੀ ਹੁਣਾਂ ਦਾ ਇੱਕ ਹੱਥ ਗੱਡੀ ਦੇ ਦਰਵਾਜ਼ੇ ਨੂੰ ਪਿਆ ਹੁੰਦਾ ਤੇ ਇੱਕ ਬਾਹ ਪਿੱਛੇ ਨੂੰ ਖੜੀ ਕਰਕੇ ਜਾਂਦੇ ਜਾਂਦੇ ਕਹਿ ਦਿੰਦਾ ਫਤਿਹ ਜੀ ਫਤਿਹ ਫਤਿਹ ਜੀ ਫਤਿਹ ਕਿ ਇਹ ਨਾਰਾ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਇਤਿਹਾਸ ਨੂੰ ਵਾਚਣਾ ਜਾਂ ਇਤਿਹਾਸ ਦੇ ਉੱਤੇ ਅਮਲ ਕਰਨਾ ਤੇ ਹੁਣ ਬਹੁਤ ਦੂਰ ਹੈ ਅਸੀਂ ਤੇ ਆਪਣਾ ਸਿਧਾਂਤ ਹੀ ਛੱਡ ਦਿੱਤਾ ਫਤਿਹ ਵਾਲਾ ਜਿੱਦਣ ਅਸੀਂ ਪੂਰੀ ਤੇ ਗੱਜ ਕੇ ਫਤਿਹ ਬੁਲਾਉਂਦੇ ਰਹੇ ਅਸੀਂ ਦੁਨੀਆ ਵਿੱਚ ਫਤਿਹ ਪਾਉਂਦੇ ਰਹੇ ਜਿੱਦਣ ਦੀ ਫਤਿਹ ਬੁਲਾਉਣੀ ਭੁੱਲ ਗਏ ਮਿੱਟੀ ਚ ਰੁਲ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਕਿ 2 ਵੇਰਾਂ ਆਪਣੇ ਆਪ ਵਾਹਿਗੁਰੂ ਸ਼ਬਦ ਦਾ ਸਿਮਰਨ ਹੋ ਜਾਂਦਾ ਕਿਉਂਕਿ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਜਿਆ ਸਿੰਘ
ਤੇ ਸਿੰਘ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀ ਕੱਢਿਆ? ਸ਼ੇਰ ਸ਼ੇਰ। ਤਾਂ ਸ਼ੇਰ ਫਿਰ ਪਿਆਰਿਓ ਦਹਾੜਾਂ ਪਾਉਂਦਾ ਹੀ ਚੰਗਾ ਲੱਗਦਾ ਹੈ। ਸ਼ੇਰਾਂ ਦੇ ਜਵਾਨਾਂ ਚ ਨਿਕਲਿਆ ਘਰ ਸਦਾ ਤੇ ਮਿਉਂ ਮਿਉਂ ਕਰੀ ਜਾਣਾ ਕੰਮ ਹੁੰਦਾ ਬਿੱਲੀ ਦਾ। ਦੋ ਸਿੰਘ ਆਪੋ ਵਿੱਚ ਫਤਿਹ ਦੀ ਜਾਂ ਸਾਂਝ ਪਾਉਂਦੇ ਹੁੰਦਾ ਨਹੀਂ ਉਹ ਫਾਇਦਾ ਕੋਈ ਬੁਲਾਈ ਫਤਿਹ ਢਿੱਲੀ ਦਾ। ਆਹ ਜਿੱਥੇ ਜਾ ਕੇ ਗੱਜ ਗੱਜ ਸਿੰਘਾਂ ਨੇ ਬੁਲਾਈ ਫਤਿਹ। ਕਣ ਕਣ ਬੋਲਦਾ ਲਾਹੌਰ ਅਤੇ ਦਿੱਲੀ ਦਾ। ਜਿਹਦੀ ਜ਼ਬਾਨ 'ਚ ਫਤਿਹ ਉਹਦੀ ਜਹਾਨ 'ਚ ਫਤਿਹ। ਜਿਹਦੀ ਬੁੱਲਾਂ 'ਚ ਫਤਿਹ ਉਹਦੀ ਕੁੱਲਾਂ 'ਚ ਫਤਿਹ। ਜਿਹਦੀ ਰਗ 'ਚ ਫਤਿਹ ਉਹਦੀ ਜੱਗ 'ਚ ਫਤਿਹ। ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਫਤਿਹ। ਜਿਹੜਾ ਫਤਿਹ ਬੁਲਾਉਂਦਾ ਖੱਜ ਕੇ ਉਹਨੂੰ ਫਤਿਹ ਮਿਲਦੀ ਹੈ ਭੱਜ ਕੇ। ਫਿਰ ਬੈਠੋ ਜੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀਆਂ ਜਿੱਥੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ। ਬਟ ਭਾਗਿਓ ਜੋ ਆਪ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬਾਲਾ ਪ੍ਰੀਤਮ, ਅਠਵੇਂ ਨਾਨਕ, ਧੰਨ 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 ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਇਹਨਾਂ ਦੇ ਆਗਮਨ ਪੁਰਬ ਨੂੰ ਮਨਾਉਂਦਿਆਂ ਹੋਇਆਂ ਇਹ ਆਪ ਜੀ ਸਾਲਾਨਾ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਕਿਰਪਾ ਕਰੇ ਇੱਕ ਵਾਰੀ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੀ ਆਮਦ ਦੇ ਉੱਤੇ ਸਮੁੱਚੀ ਸੰਗਤ ਤੱਕ ਚੜ੍ਹਦੀ ਕਲਾ ਦਾ ਜਕਾਰਾ ਪਵਿੱਤਰ ਸਾਹਿਬ ਬੋਲੇ ਸੋਨਿਹਾਲ ਸ੍ਰੀ ਅਕਾਲ। ਵਾਹਿਗੁਰੂ ਕਿਰਪਾ ਕਰੇ ਇਸ ਸਟੇਜ ਦੇ ਉਤੋਂ ਆਪ ਜੀ ਨੇ ਬੜੇ ਵਿਦਵਾਨਾਂ ਕੋਲ ਵਿਚਾਰਾਂ ਸਰਵਣ ਕੀਤੀਆਂ। ਮੇਰੇ ਤੋਂ ਪਹਿਲਾਂ ਪੰਥ ਦਾ ਸਰਮਾਉ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵੀ ਸੇਵਾ ਕਰਕੇ ਗਏ। ਉਹਨਾਂ ਤੋਂ ਉਪਰੰਤ ਦਮਮੀ ਟਕਸਾਲ ਤੋਂ ਬਾਬਾ ਜੀਵਾ ਸਿੰਘ ਜੀ, ਆਪ ਜੀ ਅਕਸਰ ਕਥਾ ਸੁਣਦੇ ਹੋ। ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਉਹਨਾਂ ਦੇ ਭਰਾਤਾ ਸਤਿਕਾਰਯੋਗ ਭਾਈ ਸਾਹਿਬ ਭਾਈ ਬਾਬਾ ਜੀਵਾ ਸਿੰਘ ਜੀ ਨਗਰ ਸਮਸਤਪੁਰ ਤੋਂ ਮੇਰੇ ਤੋਂ ਪਹਿਲਾਂ ਹਾਜ਼ਰੀਆਂ ਲਗਵਾ ਕੇ ਗਏ। ਉਹਨਾਂ ਤੋਂ ਬਾਅਦ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਆਪ ਜੀਆਂ ਦੇ ਨਾਲ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਾਉਣਾ ਕੀਤਾ। ਸਮਾਂ ਬਣਿਆ ਹੈ ਢਾਡੀ ਜਥੇ ਦਾ ਘੜੀ ਦੀਆਂ ਸੂਈਆਂ ਆਪਣੀ ਰਫ਼ਤਾਰ ਨਾਲ ਵੱਧ ਰਹੀਆਂ ਨੇ ਤੇ ਮੈਂ ਆਪਣੇ ਵੱਲੋਂ ਇਤਿਹਾਸ ਦਾ ਵਰਕਾ ਪੜ੍ਹਨ ਲੱਗਾ। ਆਪ ਜੀਆਂ ਨੇ 2-3 ਦਿਨਾਂ ਤੋਂ ਬੜੇ ਇਤਿਹਾਸ ਆਪ ਜੀਆਂ ਨੇ ਸਟੇਜ ਦੇ ਉੱਤੇ ਸੁਣੇ ਨੇ ਤੇ ਮੈਂ ਨਵੇਕਲੀ ਜੀ ਵਿਚਾਰ ਤੁਹਾਡੇ ਨਾਲ ਕਰਨ ਲੱਗਾ। ਸਟੇਜ ਉੱਤੇ ਬੈਠਿਆਂ ਗੁਰਮੁਖ ਪਿਆਰੇ ਮੈਨੂੰ ਹੁਕਮ ਲਾ ਕੇ ਗਏ ਹੈ ਤੇ ਮੈਂ ਉਹੀ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਕਿਉਂਕਿ ਜਦੋਂ ਮੈਂ ਦੀਵਾਨ ਨੂੰ ਆ ਰਿਹਾ ਸੀ ਨਾ ਤੇ ਮੈਂ ਅਗਲੇ ਪਾਸੇ ਬਾਹਰਲੇ ਪਾਸੇ ਬਾਬਾ ਕੌਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਤਸਵੀਰ ਵੀ ਲੱਗੀ ਵੇਖੀ ਤੇ ਮੇਰੇ ਮਨ ਨੇ ਫੈਸਲਾ ਕੀਤਾ ਅੱਜ ਉਸ ਯੋਧੇ ਦੀ ਬਾਤ ਤੁਹਾਡੇ ਨਾਲ ਜ਼ਰੂਰ ਪਾਉਣ ਦਾ ਯਤਨ ਕਰਾਂਗਾ। ਭਾਵੇਂ ਕਿ ਅੱਜ ਬਹੁਤਿਆਂ ਲੋਕਾਂ ਨੂੰ ਬਹੁਤਾਂਤ ਕਿ ਅੱਜ ਉਹ ਇਤਿਹਾਸ ਸਾਨੂੰ ਚੰਗਾ ਨਹੀਂ ਲੱਗਦਾ, ਪਰ ਮੈਨੂੰ ਮਾਫ ਕਰਿਓ ਸਾਡਾ ਇਤਿਹਾਸ ਉਹਨਾਂ ਨੇ ਸਿਰਜ ਕੇ ਦਿੱਤਾ ਹੈ। ਜੇ ਕਿਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਚੜ੍ਹ ਕੇ ਆਈਆਂ ਤਾਂ ਕੋਈ ਬਾਬਾ ਦੀਪ ਸਿੰਘ ਬਣ ਕੇ ਉੱਠਿਆ, ਉਹਨੇ ਖੰਡੇ ਦੇ ਨਾਲ ਬੈਰੀਆਂ ਦੀ ਭਾਜੜ ਲਵਾ ਦਿੱਤੀ ਹੈ। ਇਤਿਹਾਸ ਬੜੇ ਫਕਰ ਨਾਲ ਸੁਣ ਲੈਂਦੇ। ਜੇ ਕਿਤੇ ਸਤਿਸੰਗ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਸੇ ਰੰਗੜ ਨੇ ਆਣ ਕੇ ਨਾਚ ਰਚਾਏ, ਮਨ ਆਈਆਂ ਕੀਤੀਆਂ। ਕੋਈ ਮਾਂ ਦਾ ਪੁੱਤ ਸੁੱਖਾ ਸਿੰਘ ਮਤਾਬ ਸਿੰਘ ਬਣ ਕੇ ਆਇਆ, ਉਹਨਾਂ ਨੇ ਆਣ ਕੇ ਮੱਸਾ ਝਟਕਾਇਆ। ਇਤਿਹਾਸ ਬੜੇ ਫਕਰ ਨਾਲ ਸੁਣ ਲੈਂਦੇ ਆ। ਜੇ 1919 ਜਲਿਆਂਵਾਲੇ ਬਾਗ ਵਿੱਚ ਜਨਰਲ ਅਡਵਾਇਰ ਦੀ ਅਗਵਾਈ ਦੇ ਹੇਠ ਗੋਲੀਆਂ ਦਾ ਮੀਂਹ ਵਰਦਾ, ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਨਾਰਾਂ ਦੇ ਕੰਤ ਮੌਤ ਦੀ ਲਪੇਟ ਵਿੱਚ ਲਪੇਟੇ ਗਏ ਤੇ 21 ਸਾਲ ਬਾਅਦ ਮਾਂ ਦਾ ਪੁੱਤ ਊਧਮ ਸਿੰਘ ਲੰਡਨ ਵਿੱਚ ਜਾ ਕੇ ਗੋਰੇ ਨੂੰ ਢਾਉਂਦਾ। ਇਤਿਹਾਸ ਬੜੇ ਫਕਰ ਨਾਲ ਸੁਣ ਲੈਂਦੇ ਹੋ ਤੇ ਪਰ ਜਦੋਂ 1984 ਦੀਆਂ ਬਾਤਾਂ ਆਉਂਦੀਆਂ ਤੇ ਕੀ ਉਦੋਂ ਹਰਮੰਦਰ ਸਾਹਿਬ ਕੋਈ ਹੋਰ ਸੀ? ਕੀ ਉਦੋਂ ਅਕਾਲ ਤਖਤ ਕੋਈ ਹੋਰ ਸੀ? ਜੇ ਉਹਨੂੰ ਢਾਉਣ ਵਾਲਿਆਂ ਨੂੰ ਸਾਡੇ ਸਿੰਘਾਂ ਨੇ ਸੋਧਾ ਲਾਇਆ ਤੇ ਫਿਰ ਉਹਨਾਂ ਦਾ ਇਤਿਹਾਸ ਸੁਣਨ ਵਾਸਤੇ ਅਸੀਂ ਅੱਜ ਸਾਡੇ ਕੰਨ ਕਿਉਂ ਨਹੀਂ ਰਾਜੀ ਬਾਈ? ਇਹੋ ਜਿਹਾ ਯੋਧੇ ਨਿਤ ਨਿਤ ਨਹੀਂ ਦੁਨੀਆ ਉੱਤੇ ਪੈਦਾ ਹੁੰਦੇ। ਜਿੱਥੇ ਆਪ ਜੀ ਬਾਬਾ ਦੀਪ ਸਿੰਘ ਦੀਆਂ ਬਾਤਾਂ ਵੀ ਸਟੇਜ ਦੇ ਉੱਤੋਂ ਸੁਣ ਚੁੱਕੇ ਹੋ ਤੇ ਉਸੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਕੌਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਯਾਦ ਰੱਖਿਓ ਨੇਕੀ ਤੇ ਬਦੀ ਮੁੱਢ ਕਦੀਮੇ ਤੋਂ ਚੱਲਦੀਆਂ ਆਈਆਂ। ਜੇ ਦੁਨੀਆ ਉੱਤੇ ਕੱਲੀ ਨੇਕੀ ਹੁੰਦੀ ਤਾਂ ਵੀ ਕੋਈ ਇਤਿਹਾਸ ਨਾ ਬਣਦਾ, ਜੇ ਕੱਲੀ ਬਦੀ ਹੁੰਦੀ ਨਾ ਤੇ ਤਾਂ ਵੀ ਕੋਈ ਇਤਿਹਾਸ ਨਾ ਬਣਦਾ। ਬਦੀਆਂ ਦੇ ਉੱਤੇ ਨੇਕੀਆਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਤਾਂ ਇਤਿਹਾਸ ਦੇ ਵਰਕੇ ਲਿਖੇ ਗਏ ਨੇ। ਕੁਦਰਤ ਦਾ ਇੱਕ ਨਿਯਮ ਵੇਖੋ ਕੈਸਾ ਹੈ, ਹਰ ਇੱਕ ਚੀਜ਼ ਨੂੰ ਜੋੜਿਆਂ ਵਿੱਚ ਤਬਦੀਲ ਕੀਤਾ। ਜੋੜਿਆਂ ਵਿੱਚ ਜੇ ਧਰਤੀ ਹੈ, ਅਸਮਾਨ ਹੈ, ਧੁੱਪ ਹੈ, ਛਾਂ ਹੈ, ਸੱਚ ਹੈ, ਝੂਠ ਹੈ, ਗੁਰਮੁਖ ਹੈ, ਮਨਮੁਖ ਹੈ, ਪਾਪ ਹੈ, ਪੁੰਨ ਹੈ, ਛੋਟਾ ਹੈ, ਵੱਡਾ ਹੈ, ਦਿਨ ਹੈ, ਰਾਤ ਹੈ, ਸੁੱਕਾ ਹੈ, ਹਰਾ ਹੈ, ਹਰ ਇੱਕ ਚੀਜ਼ ਨੂੰ ਜੋੜਿਆਂ ਵਿੱਚ ਤਬਦੀਲ ਕੀਤਾ ਹੈ। ਜੋੜਿਆਂ ਵਿੱਚ
इस तरह है नेकी ते बधी। जे इस धरती दे उत्ते रावण आया, रामचंद्र नूं आउणा पिया। जे इस धरती दे उत्ते कंस आया, कृष्ण नूं आउणा पिया। जे इस धरती दे उत्ते जहीरुद्दीन बाबर आया ते धन गुरु नानक दे महाराजियां नूं आउणा पिया। बई जे किते इस धरती दे उत्ते औरंगजेब आया, ओहदियां जड़ां पुੱਟਣ वास्ते धन गुरु गोबिंद सिंह महाराज जी आए। ते जे किते इस धरती दे उत्ते सिखां नाल धक्का करन वालियां सरकारां आईयां ते उन्हां दे नाल फिर मत्था लाउण वास्ते बीबी सरी दे महान योद्धे बाबा कौम बाबा जरनैल सिंह जी खालसा भिंडरां वाले 12 फरवरी 1947 पिंड रोडे सरदार जोगिंदर सिंह माता निहाल कौर दी कुखों इस योद्धे ने जन्म लिया जिन्हें साडे इतिहास दा इक नवां वर्का सिरज के देना। वो किवें सिरजा जाना ढाडी जथा भी सन्मुख है। शेर जवान ना रखिया जरनैल सिंह। जिदा ना रखिया जरनैल सिंह आदमासी बलवान ओह लैनी आजादी आ गया। ओह लैनी आजादी आ गया हाथ फड़ के तीर निशान ओह जासी पैंदा तख्त दे। ओह जासी पैंदा तख्त दे ओनू सीधा करे जहान होदे ना तो दिल्ली कंबदी। सनमान उन्हें साज दे मर जीवड़ा। जीवड़े हाथ देती कुर्बान ओदे वर्गा ना कोई वारसा।
ਕੋਈ ਵਾਰਸਾ ਉਹਦੀਆਂ ਢਾਡੀ ਵਾਰਾਂ ਗਾਉਣ, ਉਹਦੀਆਂ ਢਾਡੀ ਵਾਰਾਂ ਗਾਉਣ। ਇੱਕ ਵਾਰ ਸਾਰੀਆਂ ਸੰਗਤਾਂ ਪਿਆਰ ਵਿੱਚ ਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰਦਾਰ ਜੋਗਿੰਦਰ ਸਿੰਘ ਦੀਆਂ 2 ਸ਼ਾਦੀਆਂ ਸਨ, ਜਿਹਦੇ ਘਰ ਦੇ ਵਿੱਚ 7 ਪੁੱਤ ਤੇ 1 ਧੀ ਨੇ ਜਨਮ ਲਿਆ। ਸਭ ਤੋਂ ਛੋਟੇ ਦਾ ਨਾਂ ਰੱਖਿਆ ਜਰਨੈਲ ਸਿੰਘ। ਉਮਰ 7 ਸਾਲ ਦੀ ਸੀ। ਇੱਕ ਬ੍ਰਹਮ ਗਿਆਨੀ ਦੇ ਗੁਣ ਵੇਖਿਓ ਕੈਸੇ ਨੇ। 7 ਸਾਲ ਦੀ ਉਮਰ ਤੇ 5 ਬਾਣੀਆਂ ਦਾ ਨਿਤਨੇਮ ਕਰਦੇ ਸੀ ਬਾਬਾ ਜਰਨੈਲ ਸਿੰਘ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਬਾਤ ਵੀ ਸਟੇਜ ਤੋਂ ਚੱਲੀ। ਹੁਣ ਦਮਦਮੀ ਟਕਸਾਲ ਦੇ ਜਥੇਦਾਰ ਵਿਦਿਆਰਥੀ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਕਥਾ ਕਰਨ ਜਾਂਦੇ ਸਨ। ਤੇ ਬਾਬਾ ਗੁਰਬਚਨ ਸਿੰਘ ਜੀ ਜਦੋਂ ਮੋਗੇ ਏਰੀਆ ਦੇ ਵਿੱਚ ਕਥਾ ਕਰਨ ਜਾਂਦੇ ਸੀ ਨਾ, ਤੇ ਉਹਨਾਂ ਦਾ ਰਾਤ ਦਾ ਰਹਿਣ ਵਸੇਰਾ ਸਰਦਾਰ ਜੋਗਿੰਦਰ ਸਿੰਘ ਦੇ ਘਰੇ ਹੁੰਦਾ ਸੀ। ਕਿਉਂਕਿ ਬ੍ਰਹਮ ਗਿਆਨੀ ਦਾ ਟਿਕਾਣਾ ਬ੍ਰਹਮ ਗਿਆਨੀ ਦੇ ਕੋਲ ਹੁੰਦਾ ਹੈ, ਤੇ ਸ਼ਰਾਬੀ ਦਾ ਟਿਕਾਣਾ ਸ਼ਰਾਬੀ ਦੇ ਕੋਲ ਹੁੰਦਾ ਹੈ। ਚੋਰ ਦਾ ਰਹਿਣ ਵਸੇਰਾ ਚੋਰ ਦੇ ਕੋਲ ਹੁੰਦਾ ਹੈ। ਸੰਤ ਦਾ ਰਹਿਣ ਵਸੇਰਾ ਸੰਤ ਦੇ ਕੋਲ ਹੁੰਦਾ ਹੈ। ਤੇ ਬਾਬਾ ਗੁਰਬਚਨ ਸਿੰਘ ਜੀ ਬਾਪੂ ਜੋਗਿੰਦਰ ਸਿੰਘ ਦੇ ਘਰ ਠਹਿਰੇ। ਸ਼ਾਮਾਂ ਪਈਆਂ, ਪ੍ਰਸ਼ਾਦਾ ਪਾਣੀ ਛਕਦੇ ਨੇ। ਪੁੱਛਿਆ, ਜੋਗਿੰਦਰ ਸਿੰਘ ਕਿੰਨੇ ਧੀਆਂ ਪੁੱਤ ਨੇ? ਮਹਾਂਪੁਰਖੋ ਵਾਹਿਗੁਰੂ ਦੀ ਕਿਰਪਾ, ਤੁਹਾਡੀਆਂ ਅਸੀਸਾਂ ਦੇ ਨਾਲ 7 ਪੁੱਤ ਤੇ 1 ਧੀ ਹੈ। ਤੇ ਬਾਬਾ ਗੁਰਬਚਨ ਸਿੰਘ ਜੀ ਪੁੱਛਦੇ ਨੇ, ਕੋਈ ਸਾਡੀ ਸੇਵਾ ਕਰਨ ਵਾਲਾ ਵੀ ਹੈ? ਉਮਰ 9 ਸਾਲ ਦੀ ਸੀ ਬਾਬਾ ਜਰਨੈਲ ਸਿੰਘ ਜੀ ਦੀ। ਕੋਈ ਸਾਡੀ ਸੇਵਾ ਕਰਨ ਵਾਲਾ ਵੀ ਹੈ? ਤੇ ਸਰਦਾਰ ਨੇ 7 ਹੀ ਪੁੱਤ ਲਿਆਣ ਕੇ ਲਾਈਨ ਵਿੱਚ ਖੜੇ ਕਰ ਦਿੱਤੇ ਆ। ਮਹਾਂਪੁਰਖੋ, ਜਿਹੜਾ ਤੁਹਾਨੂੰ ਤੁਹਾਡੀ ਸੇਵਾ ਦੇ ਲਾਇਕ ਲੱਗਦਾ, ਤੁਸੀਂ ਉਹਨੂੰ ਆਪਣੇ ਨਾਲ ਰੱਖ ਸਕਦੇ ਹੋ। ਆਖਰ ਨਜ਼ਰ ਘੁੰਮਦਿਆਂ ਘਮਾਉਂਦਿਆਂ ਅਟਕਦਿਆਂ ਅਟਕਾਉਂਦਿਆਂ ਸਭ ਤੋਂ ਛੋਟੇ ਜਰਨੈਲ ਸਿੰਘ ਦੇ ਉੱਤੇ ਆਣ ਕੇ ਟਿਕ ਗਈ। ਤੇ ਆਪਣੇ ਪਲੰਘੇ ਤੋਂ ਉੱਠੇ ਬਾਬਾ ਗੁਰਬਚਨ ਸਿੰਘ ਜੀ ਤੇ ਬਾਬਾ ਜਰਨੈਲ ਸਿੰਘ ਦੇ ਮੋਢੇ ਤੇ ਹੱਥ ਧਰਿਆ। ਆਖਣ ਲੱਗੇ, ਜੋਗਿੰਦਰ ਸਿੰਘ, ਜੇ ਮੇਰੇ ਕੋਲੋਂ ਪੁੱਛਦਾ ਕਿ ਸਾਡੀ ਸੇਵਾ ਕਰਨ ਵਾਲਾ, ਆ ਤੇਰਾ ਛੋਟਾ ਪੁੱਤ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਦਾ ਵਾਰਸ ਬਣ ਕੇ ਸੇਵਾ ਕਰੇਗਾ। ਹੁਣ ਆਪਣੇ ਨਾਲ ਲੱਗੇ ਨੇ ਟਕਸਾਲ ਵਿੱਚ। ਹੁਣ ਵੇਖੋ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਾਣੀਆਂ ਕਿਵੇਂ ਢਾਲੀਆਂ। ਮਾਰ ਧੜ ਦੀਆਂ ਬਾਤਾਂ ਤੇ ਆਪ ਜੀ ਸੁਣਦੇ ਰਹਿੰਦੇ ਹੋ, ਪਰ ਉਹਦੇ ਪਿੱਛੇ ਤਾਕਤ ਵੇਖੋ ਕਿਹੜੀ ਸੀ। 10 ਤੇ 3 13 13 ਦਿਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਜਦੋਂ ਵਿਦਿਆਰਥੀ ਬਣੇ ਨਾ, 13 ਦਿਨਾਂ ਦੇ ਵਿੱਚ ਉਹਨਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜ਼ਬਾਨੀ ਕੰਠ ਕੀਤਾ। 8 ਦਿਨਾਂ ਦੇ ਵਿੱਚ ਉਹਨਾਂ ਨੇ 5 ਬਾਣੀਆਂ ਦਾ ਨਿਤਨੇਮ ਜ਼ਬਾਨੀ ਕੰਠ ਕੀਤਾ। 8 ਦਿਨਾਂ ਦੇ ਵਿੱਚ ਦੱਖਣੀ ਓਂਕਾਰ ਦਾ ਪਾਠ ਜ਼ਬਾਨੀ ਕੰਠ ਕੀਤਾ। 8 ਘੰਟਿਆਂ ਦੇ ਵਿੱਚ ਇੱਕ ਦਿਨ ਬਣਦਾ। 8 ਘੰਟਿਆਂ ਵਿੱਚ ਸ਼੍ਰੀ ਆਸ਼ਾ ਜੀ ਦੀ ਵਾਰ ਦਾ ਪਾਠ ਜ਼ਬਾਨੀ ਕੰਠ ਕੀਤਾ। ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਦੁਨਿਆਵੀ ਵਿਚਾਰਾਂ ਵਿੱਚ ਆਣ ਕੇ। ਆਪਾਂ ਸਾਰੇ ਬੱਚਿਆਂ ਵਾਲੇ ਆ, ਪੁੱਤ ਪੋਤਿਆਂ ਵਾਲੇ ਆ। ਅੱਜ ਸਾਡੇ ਘਰਾਂ 'ਚ ਕਿੰਨੀ ਕੁ ਬਾਣੀ ਪੜ੍ਹੀ ਜਾਂਦੀ ਹੈ? ਅੱਜ ਤਾਂ ਦਿਨੋਂ ਦਿਨ ਬਾਣੀਆਂ ਘਟਾਉਣ ਦੇ ਉੱਤੇ ਜ਼ੋਰ ਲੱਗ ਗਿਆ ਜੀ। ਆ ਵੀ ਵਾਧੂ, ਆ ਵੀ ਪ੍ਰਮਾਣਿਤ ਨਹੀਂ, ਆ ਕਿੱਥੋਂ ਆ ਗਈ, ਇਹਨੂੰ ਕੌਣ ਪੜ੍ਹਦਾ? ਬਸ ਇਹੀ ਰੇੜਕਾ ਚੱਲੀ ਜਾਂਦਾ ਹੈ। ਸਾਡੀਆਂ ਵੰਡੀਆਂ ਪਈਆਂ ਹੋਈਆਂ ਨੇ ਹਰ ਚੀਜ਼ ਦੇ ਉੱਤੇ। ਜਿਹੜਾ ਪ੍ਰਚਾਰਕ ਆਉਂਦਾ ਨਾ, ਉਹ ਕਹਿੰਦਾ ਮੈਂ ਸਹੀ ਹਾਂ, ਜਿਹੜਾ ਪਹਿਲਾਂ ਬੋਲ ਕੇ ਗਿਆ ਇਹ ਗਲਤ ਹੈ। ਅੱਜ ਸਾਡੀਆਂ ਵਿਚਾਰਾਂ ਦੀਆਂ ਡਾਂਗਾਂ ਚੱਲਦੀਆਂ ਨੇ, ਵਿਚਾਰਾਂ ਦੀਆਂ। ਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੇਧ ਦੇਵਾਂਗੇ? ਬੁਲਾਰੇ ਨੂੰ 20 ਮਿੰਟ ਲੱਗ ਜਾਂਦੇ ਨੇ ਸਟੇਜ ਦੇ ਉੱਤੇ ਖੜੇ ਹੋ ਕੇ ਇਹ ਸੋਚਣ ਵਾਸਤੇ ਕਿ ਇਹ ਸੰਗਤ ਕਿਹੜੀ ਬੈਠੀ ਹੈ। ਇਹ ਉਹ ਸੁਣਨ ਵਾਲੀ ਬੈਠੀ ਹੈ ਜਿਹੜੀ ਕਹਿੰਦੀ ਕਿ ਬਾਬਾ ਦੀਪ ਸਿੰਘ ਦਾ ਸਿਰ ਧੜ ਦੇ ਨਾਲੋਂ ਨਹੀਂ ਅਲੱਗ ਹੋਇਆ, ਕਿ ਇਹ ਉਹ ਸੁਣਨ ਵਾਲੇ ਬੈਠੇ ਨੇ ਜਿਹੜੇ ਕਹਿੰਦੇ ਨੇ ਤਲੀ ਉੱਤੇ ਸੀਸ ਰੱਖ ਕੇ ਬਾਬਾ ਦੀਪ ਸਿੰਘ ਨੇ ਖੰਡਾ ਪਾਇਆ। 20 ਮਿੰਟ ਏਸੀ ਦੁਬਦਾ ਵਿੱਚ ਲੰਘ ਜਾਂਦੇ ਨੇ ਅੱਜ ਦੇ ਪ੍ਰਚਾਰਕ ਦੇ। ਮੈਨੂੰ ਮਾਫ ਕਰਿਓ, ਅੱਜ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਗੀਤ ਚੱਲਦੇ ਨੇ। ਆਪਣੇ ਪੁੱਤ ਪੋਤਿਆਂ ਕੋਲੋਂ ਸੁਣ ਕੇ ਵੇਖ ਲਿਓ। ਰਾਤ ਨੂੰ ਬੱਚਾ ਸੌਂਦਾ ਨਾ, ਤੇ ਅੱਜ ਟੈਲੀਵਿਜ਼ਨ ਚੈਨਲ ਦੇ ਉੱਤੇ ਗੀਤ ਆਉਂਦਾ, ਸਵੇਰੇ ਠਾਲ ਕੇ ਵੇਖ ਲਿਓ, ਤੁਹਾਨੂੰ 2-3 ਲਾਈਨਾਂ ਗੀਤ ਦੀਆਂ ਜ਼ਰੂਰ ਸੁਣਾ ਦੂੰ। ਇੰਨਾ ਅਸਰ ਹੈ ਇਹਨਾਂ ਚੀਜ਼ਾਂ ਦਾ। ਪਰ ਇੱਕ ਬੇਨਤੀ ਕਰਨ ਲੱਗਿਆ, ਗੀਤ ਦੂਜੇ ਚੌਥੇ ਦਿਨ ਨਵਾਂ ਆ ਜਾਂਦਾ। ਰੋਜ਼ ਗੀਤ ਬਦਲੀ ਹੁੰਦਾ, ਤੇ ਰੋਜ਼ ਦੀ ਰੋਜ਼ ਯਾਦ ਹੋ ਜਾਂਦਾ ਸਾਡੇ ਜਵਾਕਾਂ ਨੂੰ। ਤੇ 40-40 ਗੀਤ ਯਾਦ ਕਰੀ ਫਿਰਦੇ ਨੇ ਜਵਾਕ। 16 ਸਾਲ ਹੋ ਗਏ ਨੇ, 16 ਸਾਲ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਚੱਲਦਾ। ਆਪਣੇ ਘਰਾਂ 'ਚ ਚੱਲਦਾ ਨਾ, ਥੋੜਾ ਜਿਹਾ ਸਿਰ ਮਾਰ ਕੇ ਹੁੰਗਾਰਾ ਭਰਿਓ ਬਈ ਉਹ ਚੈਨਲ ਚੱਲਦਾ ਨਾ। 16 ਸਾਲ ਹੋ ਗਏ ਲਗਾਤਾਰ ਚੱਲ ਰਿਹਾ। ਗਾਣਾ ਦੂਜੇ ਤੀਜੇ ਦਿਨ ਨਵਾਂ ਆ ਜਾਵੇ ਤੇ ਜਵਾਕਾਂ ਨੂੰ ਯਾਦ ਹੋ ਜਾਂਦਾ। 16 ਸਾਲਾਂ ਤੋਂ ਲਗਾਤਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਚੱਲਦਾ ਹੈ। ਸ਼ਬਦ ਅਦਲਾ ਬਦਲੀ ਹੁੰਦੇ, ਆਪਾਂ ਉਧਰਲੇ ਪਾਸੇ ਨਹੀਂ ਜਾਂਦੇ। ਪਰ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਤੇ ਰੋਜ਼ ਆਉਂਦਾ ਨਾ। ਇੱਕੋ ਹੀ ਬਾਣੀ ਪੜ੍ਹ ਹੁੰਦੀ ਹੈ ਰੋਜ਼।
ਉਹੀ ਪੌੜੀਆਂ, ਉਹੀ ਸ਼ਲੋਕ, ਉਹੀ ਛੱਕੇ, ਉਹੀ ਲਗਾ, ਉਹੀ ਮਾਤਰਾ, ਇੱਕੋ ਬਾਣੀ ਰੋਜ਼ ਰਿਪੀਟ ਹੁੰਦੀ ਹੈ। ਗਾਣਾ ਨਿਤ ਨਵਾਂ ਆ ਗਿਆ ਤੇ ਨਵੇਂ ਤੋਂ ਨਵਾਂ ਚੇਤੇ ਹੋ ਗਿਆ। ਮੈਨੂੰ ਮਾਫ ਕਰਿਓ, 16 ਸਾਲਾਂ ਤੋਂ ਆਸਾ ਕੀ ਵਾਰ ਦਾ ਕੀਰਤਨ ਚੱਲਦਾ, ਆਪਣੇ ਘਰਾਂ 'ਚ ਇੱਕ ਪੌੜੀ ਇੱਕ ਛੱਕਾ ਯਾਦ ਨਹੀਂ ਹੋਇਆ ਸਾਨੂੰ। ਇੱਕ ਪੌੜੀ ਇੱਕ ਛੱਕਾ ਯਾਦ ਨਹੀਂ ਹੋਇਆ ਸਾਨੂੰ। ਕਿਉਂ ਬਾਈ? ਅੱਜ ਸਾਡੀ ਸੁਰਤਪੁਰ ਤੇ ਇੱਥੇ ਭਾਈ ਦੇਸਾ ਸਿੰਘ ਤੇ ਚੋਪਾ ਸਿੰਘ ਦੀ ਲਿਖਤ ਰਹਿਤਨਾਮੇ ਵਿੱਚ ਜਿਹੜਾ ਆਪਾਂ ਦੋਹਰਾ ਪੜ੍ਹਦੇ ਹਾਂ, ਆਗਿਆ ਭਾਈ ਅਕਾਲ ਕੀ ਤਵੇ ਚਲਾਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ की दे, जो प्रभु को मिले है खो शब्द में ले, राज करेगा खालसा, आकी रहे ना कोई, खुआर हुए सब मिलेंगे। बच्चे शरद पढ़ते हैं ना रोज। जे सच्ची पूछो ना 95% ਸਿੱਖਾਂ ਨੂੰ ਦੋਹਰੇ ਦੀਆਂ 10 ਲਾਈਨਾਂ ਮੂੰਹ ਜਵਾਨੀ ਕੰਠ ਨਹੀਂ ਹੋਈਆਂ। ਗੁਰਦੁਆਰੇ ਦਾ ਗ੍ਰੰਥੀ ਦੋਹਰਾ ਪੜ੍ਹਦਾ ਹੋਵੇ ਨਾ ਤੇ ਮਗਰ ਹੂੰ ਹਾਂ ਜੀ ਕਰਕੇ ਤਰਜ ਜੀ ਬਣਾ ਕੇ ਲਫ਼ਜ਼ ਜੋੜਦੇ ਰਹਿੰਦੇ ਆ। ਪਰ ਮੈਨੂੰ ਮਾਫ ਕਰਿਓ, ਅਚੇਚੇ ਤੌਰ ਤੇ ਲਾਈਨ ਲਾ ਕੇ ਇੱਥੇ ਸੁਣ ਕੇ ਵੇਖ ਲਈਏ ਨਾ ਤੇ 100 ਚੋਂ 95 ਨੂੰ 10 ਲਾਈਨਾਂ ਦੋਹਰੇ ਦੀਆਂ ਹਾਲੇ ਤੱਕ ਕੰਠ ਨਹੀਂ ਹੋਈਆਂ। ਤੇ ਰਾਜ ਕਰੇਗਾ ਖਾਲਸਾ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੀ ਫੌਜ ਆ। ਹੁਣ ਤਾਂ ਇਸ ਫੌਜ ਦੀਆਂ ਵੀ ਵੰਡੀਆਂ ਪੈ ਗਈਆਂ। ਸੱਚੇ ਪਾਤਸ਼ਾਹ ਨੇ ਜਿੱਦਣ ਖਾਲਸਾ ਸਾਜਿਆ ਸੀ, ਕੀ ਕਹਿ ਕੇ ਸਾਜਿਆ ਸੀ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ परमात्मा की मौज। परमात्मा की मौज। ਸਿੱਧੇ ਦਾ ਅਰਥ ਹੈ ਬਈ ਇਹ ਖਾਲਸਾ ਪੰਥ ਅਕਾਲ ਪੁਰਖ ਦੀ ਫੌਜ ਹੈ ਤੇ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਕੀਤਾ। ਪੱਕੀ ਗੱਲ ਹੈ ਨਾ? ਹੁਣ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਕਿਹਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਇੱਥੇ ਸਟicker ਆਪੋ ਆਪਣੇ ਲੱਗ ਗਏ। ਕਿਸੇ ਨੇ ਨੀਲੇ ਗਾਤਰੇ ਪਵਾਤੇ, ਕਿਸੇ ਨੇ ਪੀਲੇ ਪਵਾਤੇ, ਕਿਸੇ ਨੇ ਕਾਲੇ ਪਵਾਤੇ, ਕਿਸੇ ਨੇ ਗੋਲ ਦਸਤਾਰਾਂ ਬਣਾਤੀਆਂ, ਕਿਸੇ ਨੇ ਸਿੱਧੀਆਂ ਪੱਗਾਂ ਬਣਾਤੀਆਂ। ਇੱਥੇ ਸਟicker ਆਪੋ ਆਪਣੇ ਲੱਗ ਗਏ। ਫਿਰ ਖਾਲਸਾ ਅਕਾਲ ਪੁਰਖ ਦੀ ਫੌਜ ਕਿੱਥੇ ਗਿਆ ਬਚਨ ਵੀ ਸਾਡਾ? ਉਹ ਇੱਕ ਵਾਰ ਸਾਰੀਆਂ ਸੰਗਤਾਂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜਰਨੈਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਾਣੀਆਂ ਢਾਲੀਆਂ। ਕਿਉਂਕਿ ਜੇ ਆਪਾਂ ਲੜੀ ਦੀ ਗੱਲ ਕਰੀਏ ਨਾ ਤੇ 40 ਘੰਟੇ ਮੈਂ ਲਗਾਤਾਰ ਇਸ ਪ੍ਰਸੰਗ ਦੀ ਲੜੀ ਨਹੀਂ ਟੁੱਟਣ ਦਿਆਂਗਾ। 40 ਘੰਟੇ, ਪਰ ਮੇਰੇ ਕੋਲੇ ਗਿਣਤੀ ਦੇ ਮਿੰਟ ਰਹਿੰਦੇ ਨੇ। ਮੈਂ 2 ਚੀਜ਼ਾਂ ਕਹਿ ਕੇ ਸਮਾਪਤੀ ਕਰਨ ਦਾ ਯਤਨ ਕਰਾਂ। ਸੁਣਿਓ ਜਰਾ। 25 ਅਗਸਤ 1977 ਨੂੰ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਣਦੇ ਨੇ। ਵਾਹ ਵਾਹ। ਉਹਨਾਂ ਦੇ ਦਸਤਾਰਬੰਦੀ ਹੋਈ 25 ਅਗਸਤ 1977 ਤੇ 6 ਜੂਨ 1984 ਨੂੰ ਉਹ ਸ਼ਹੀਦੀ ਪ੍ਰਾਪਤ ਕਰਦੇ ਨੇ। ਤੇ ਹੁਣ ਸਮਾਂ ਵੇਖੋ ਕਿੰਨਾ ਬਣਦਾ ਹੈ। ਲਗਭਗ 6 ਸਾਲ 9 ਮਹੀਨੇ 10 ਕੁ ਦਿਨ ਦਾ ਸਮਾਂ ਜੇ ਆਪਾਂ ਗਿਣੀਏ ਮਿੱਥੀਏ ਤਾਂ। ਤੇ ਜਿਹੜਾ ਕੰਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ 6 ਸਾਲਾਂ ਦੇ ਵਿੱਚ ਕਰ ਗਏ ਕੌਮ ਵਾਸਤੇ, ਆਪਾਂ ਲਾਗਲੇ ਪਿੰਡਾਂ ਦੀਆਂ 20 ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਇੰਨਾ ਕੁਝ ਨਹੀਂ ਕਰ ਸਕਦੇ। ਮੈਂ ਅੱਜ ਇੱਕ ਗੱਲੋਂ ਕੌਮ ਨੂੰ ਵਧਾਈ ਵੀ ਦੇ ਰਿਹਾ। ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦੀ ਬਦੌਲਤ ਅੱਜ ਦਰਬਾਰ ਸਾਹਿਬ ਨੂੰ ਰਸਤੇ ਵਿੱਚ ਲੱਗੇ ਹੋਏ ਬੁੱਤ ਜਿਹੜੇ ਹੈ ਉਹਨਾਂ ਦੀ ਦੇਖ ਰੇਖ ਵਿੱਚ ਉਹ ਮੁੱਦਾ ਆਇਆ ਤੇ ਉਹਨਾਂ ਦੀ ਸੋਚ ਅੱਜ ਦੀ ਨੌਜਵਾਨਾਂ ਪੀੜ੍ਹੀ ਦੇ ਨਾਲ ਰਲੀ ਤੇ ਉਹ ਜਿਹੜੇ ਬੁੱਤ ਉੱਥੋਂ ਹਟਾ ਕੇ ਇਹ ਮਸਲਾ ਹੱਲ ਕੀਤਾ ਗਿਆ। ਔਰ ਸੱਚੀ ਪੁੱਛੋ ਨਾ, ਮੈਨੂੰ 16 ਕੁ ਸਾਲ ਹੋ ਗਏ ਪ੍ਰਚਾਰ ਕਰਦੇ ਆ। 16 ਸਾਲਾਂ ਦੇ ਵਿੱਚ ਇਹ ਸਾਡਾ ਪਹਿਲਾ ਮੁੱਦਾ ਹੈ ਕਿ ਜਿਹੜਾ ਸਿੱਖਾਂ ਨੂੰ ਕੋਈ ਹੱਕ ਮਿਲ ਸਕਿਆ ਤੇ ਸਾਡੀ ਕਿਸੇ ਪਾਸੇ ਸੁਣਵਾਈ ਹੋਈ ਹੈ। ਇੱਕ ਵਾਰ ਇਹ ਮੁੱਦੇ ਵਾਸਤੇ ਵੀ ਚੜ੍ਹਦੀ ਕਲਾ ਦਾ ਜਕਾਰਾ ਹੋ ਜਾਵੇ ਭਾਈ। बोले सोनिहाल। आओ गुरु के प्यार वाले बाबा जरनैल सिंह जी खालसा ਭਿੰਡਰਾਂ ਵਾਲੇ ਕੌਮ ਦੀ ਖਾਤਰ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਨੂੰ ਸ਼ਹੀਦੀ ਦਾ ਚਾਅ ਵੀ ਇੰਨਾ ਚੜਿਆ ਸੀ। 6 ਜੂਨ ਦਾ ਤੜਕਾ ਹੈ ਤੇ ਜਦੋਂ ਤੋਪਾਂ ਟੈਂਕ ਅੰਦਰ ਵੜਨੇ ਸ਼ੁਰੂ ਹੋ ਗਏ ਇਹਨਾਂ ਤੇ ਉਹਨਾਂ ਨੇ ਨਾਲ ਦੇ ਸਿੰਘਾਂ ਨੂੰ ਸੰਬੋਧਨ ਕਰਕੇ ਆਖਿਆ, ਗੱਲ ਹੋਰ ਯਾਦ ਰੱਖਿਓ। ਉਹਨਾਂ ਨੇ ਇੱਕ ਉਹ ਜਗ੍ਹਾ ਗਿਣੀ ਮਿੱਥੀ ਹੋਈ ਸੀ ਜਿੱਦਣ ਧਰਮ ਯੁੱਧ ਮੋਰਚੇ ਆਰੰਭੇ ਨਾ, ਉਹਨਾਂ ਨੇ ਇਹ ਗੱਲ ਕਹੀ ਸੀ, ਮੀਰੀ ਪੀਰੀ ਦੇ ਮਾਲਕੋ ਸੱਚੋ ਸਤਿਗੁਰੂ, ਧਰਮ ਯੁੱਧ ਮੋਰਚੇ ਆਰੰਭਣ ਲੱਗੇ ਆ। ਜੇ ਤੇ ਮੋਰਚਾ ਲੱਗੇ ਮੇਰੇ ਪਰਿਵਾਰ ਵਾਸਤੇ, ਜੇ ਮੋਰਚਾ ਲਾਵਾਂ ਮੈਂ ਆਪਣੀ ਚੜ੍ਹਦੀ ਕਲਾ ਵਾਸਤੇ, ਜੇ ਮੋਰਚਾ ਲਾਵਾਂ ਮੈਂ ਆਪਣੇ ਬੱਚਿਆਂ ਵਾਸਤੇ। ਤੇ ਸੱਚੇ ਪਾਤਸ਼ਾਹ ਇਹ ਮੋਰਚੇ ਕਾਮਯਾਬ ਨਹੀਂ ਹੋਣੇ ਚਾਹੀਦੇ। ਤੇ ਜੇ ਇਹ ਮੋਰਚਾ ਲੱਗੇ ਪੰਥ ਵਾਸਤੇ, ਕੌਮ ਵਾਸਤੇ, ਸਿੱਖੀ ਵਾਸਤੇ, ਧਰਮ ਵਾਸਤੇ, ਤੇ ਇਹਨਾਂ ਮੋਰਚਿਆਂ ਵਿੱਚ ਮੇਰੀ ਸ਼ਹੀਦੀ ਪ੍ਰਵਾਨ ਕਰਿਓ, ਮੇਰੀ ਸ਼ਹੀਦੀ ਪ੍ਰਵਾਨ ਕਰਿਓ। ਤੇ ਬਾਬਾ ਜਰਨੈਲ ਸਿੰਘ ਜੀ ਨੂੰ ਚਾਅ ਪਤਾ ਕਿੰਨਾ ਚੜਿਆ ਸੀ ਸ਼ਹੀਦੀ ਪਾਉਣ ਦਾ। ਜਦੋਂ ਆਪਣੇ ਮੋਰਚੇ ਵਿੱਚੋਂ ਬਾਹਰ ਆ ਰਹੇ ਸੀ ਤੇ ਸਿੰਘ ਮਗਰ ਆ ਰਹੇ ਸੀ, ਪੌੜੀਆਂ ਛੋਟੀਆਂ ਨੇ ਤੇ ਸਭ ਤੋਂ ਅੱਗੇ ਅੱਗੇ ਬਾਬਾ ਜਰਨੈਲ ਸਿੰਘ ਜੀ ਉਹ ਪਤਾ ਕੀ ਗਾਉਂਦੇ ਆਉਂਦੇ ਸੀ। ਮਗਰ ਪੜਨ ਦਾ ਯਤਨ ਕਰੋ, ਤੁਹਾਡੀ ਹਾਜ਼ਰੀ ਲੱਗੇਗੀ। ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ,
ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਹੋ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਇਹ ਸੰਤਾਂ ਦਾ ਕਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਹੋ ਇਹ ਸੰਤਾਂ ਦਾ ਕਹਿਣਾ ਇਹ ਸੰਤਾਂ ਦਾ ਕਹਿਣਾ ਇਹ ਸੰਤਾਂ ਦਾ ਕਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਬਾਬਾ ਕੌਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਮੇ ਸ਼ਹਾਦਤ ਪੀ ਗਏ ਨੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਹਾਲਾਤ ਕੈਸੇ ਬਣੇ ਹੁਕਮ ਲੱਗਿਆ ਸੀ ਢਾਡੀ ਵੀਰਾਂ ਵੱਲੋਂ ਬਹੁਤ ਸਾਰੇ ਜਥੇ ਆਏ ਨੇ ਕਿ ਪੱਕੀ ਚੀਜ਼ ਪੱਕੀ ਬਣ ਗਈ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਮੈਂ ਤਰਜ ਪੂਰਨ ਥੋੜੀ ਜਿਹੀ ਆਪਣੇ ਅੰਦਾਜ਼ ਵਿੱਚ ਬਣਾਉਣ ਦਾ ਯਤਨ ਕੀਤਾ ਮੈਂ ਉਹ ਵਿਸ਼ਾ ਤੁਹਾਡੇ ਨਾਲ ਪੜ੍ਹਨ ਲੱਗਾ ਨਵੰਬਰ 1984 ਦਾ ਮਹੀਨਾ ਚੜਿਆ ਲਗਾਤਾਰ ਪੰਜਾਬ ਦੇ ਸਿਵਿਆਂ ਨੇ ਅੱਗਾਂ ਛੱਡੀਆਂ ਲਗਾਤਾਰ ਯਾਦ ਰੱਖਿਓ ਐਸੇ ਪਿੰਡ ਨੇ ਮਾਝੇ ਦੀ ਧਰਤੀ ਤੇ ਜਿੱਥੇ 20-20 ਸਾਲ ਬਰਾਤਾਂ ਨਹੀਂ ਚੜੀਆਂ ਬਰਾਤਾਂ ਕਿਉਂਕਿ ਇੱਕ ਪੀੜ੍ਹੀ ਪੂਰੀ ਖਤਮ ਹੋ ਗਈ ਹੈ ਮਾਵਾਂ ਅੱਜ ਵੀ ਕਾਗਜ਼ਾਂ ਦੇ ਥੱਬੇ ਫੜ ਕੇ ਉਡੀਕਾਂ ਕਰਦੀਆਂ ਨੇ ਕਿੱਧਰ ਗਏ ਨੇ ਸਾਡੇ ਪੁੱਤ ਕਿੱਥੋਂ ਆਉਂਦੇ ਨੇ ਕਿਸੇ ਮਾਂ ਦਾ ਪੁੱਤ ਪੜਨ ਗਿਆ ਚੱਕ ਲਿਆ ਕਿਸੇ ਦਾ ਪੜ ਕੇ ਆਉਂਦਾ ਚੱਕ ਲਿਆ ਖੂਹਾਂ ਦੇ ਖੂਹ ਭਰ ਦਿੱਤੇ ਗਏ ਲਾਸ਼ਾਂ ਖੁਰਦ-ਬੁਰਦ ਹੋ ਗਈਆਂ ਲੋਕੋ ਰੋਈ ਧਰਤ ਪੰਜਾਬ ਦੀ ਚੁਣ ਗਬਰੂ ਮਾਰਦੇ ਹੋ ਛੱਡਿਆ ਕੋਈ ਨਾ ਪੁੱਤ ਸੜਾਰ ਰਾਹ ਵਿੱਚ ਆਉਂਦੇ ਜਾਂਦੇ ਚੱਕ ਲੈ ਰਾਹ ਵਿੱਚ ਆਉਂਦੇ ਜਾਂਦੇ ਚੁੱਕ ਲੈ ਜਿਹੜੇ ਪੜ ਕੇ ਆਉਂਦੇ ਚਾਰ ਉਹ ਝੂਠੇ ਬਣ ਗਏ ਪੁਲਿਸ ਮੁਕਾਬਲੇ ਪੁਲਿਸ ਮੁਕਾਬਲੇ ਮਾਵਾਂ ਰੋਂਦੀਆਂ ਚਾਰੋ ਚਾਰ ਹਿੱਦਾਂ ਕਰ ਮੁਕਾਵਣ ਵਾਸਤੇ ਖਾਲਸਾ ਜੀ ਇੱਕ ਨਕਸ਼ਾ ਵਿਖਾਉਣ ਲੱਗਾ ਥੋੜਾ ਜਿਹਾ ਵੇਖਣ ਦਾ ਯਤਨ ਕਰਿਓ
ਜਿਹੜਿਆਂ ਦਿਨਾਂ ਦੀਆਂ ਬਾਤਾਂ ਮੈਂ ਤੁਹਾਡੇ ਨਾਲ ਪਾ ਰਿਹਾ, ਕੁਝ ਐਸਾ ਵੀ ਹੋਇਆ ਸਾਡੇ ਨਾਲ ਕਿ ਅਸੀਂ ਬੋਲਣ ਵਾਲਿਆਂ ਨੇ ਵੀ ਆਪਣਾ ਮੂੰਹ ਬੰਦ ਰੱਖਿਆ ਤੇ ਤੁਸੀਂ ਸੁਣਨ ਵਾਲਿਆਂ ਨੇ ਵੀ ਆਪਣੇ ਕੰਨਾਂ 'ਚ ਉਂਗਲੀਆਂ ਦੇਈ ਰੱਖੀਆਂ। ਹਕੀਕਤ ਵਿਖਾਲਣ ਲੱਗਾ, ਕਦੇ ਸਾਡੀ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਨਾ ਹੁੰਦੀ, ਕਦੇ ਅੱਜ ਸਾਨੂੰ ਕਿਸੇ ਦੂਜੇ ਤੀਜੇ ਦੇ ਅੱਗੇ ਹੱਥ ਨਾ ਅੱਡਣਾ ਪੈਂਦਾ ਜੇ ਕਿਤੇ ਅਸੀਂ ਆਪਣਾ ਸਮਾਂ ਸਾਂਭਿਆ ਹੁੰਦਾ। ਲਗਾਤਾਰ 2 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਇਹ ਕਹਿਰ ਹੋਇਆ। ਰਾਜਨੀਤੀ ਲੋਕ ਬੈਠੇ ਹੋਣਗੇ, ਕੋਈ ਪਟਵਾਰੀ ਬੈਠਾ ਹੋਵੇਗਾ, ਕੋਈ ਪੰਚ ਬੈਠਾ ਹੋਵੇਗਾ, ਕੋਈ ਸਰਪੰਚ ਬੈਠਾ ਹੋਵੇਗਾ, ਕੋਈ ਮੁਲਾਜ਼ਮ ਵੀ ਬੈਠਾ ਹੋਵੇਗਾ, ਔਰ ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਪਹਿਲਾਂ ਕਿਸੇ ਨੇ ਐਸਾ ਵਿਸ਼ਾ ਬੋਲਿਆ ਕਿ ਨਹੀਂ ਬੋਲਿਆ, ਮੈਂ ਇਹ ਵੀ ਨਹੀਂ ਜਾਣਦਾ। ਪਰ ਹਕੀਕਤ ਇਹ ਹੈ ਕਿ ਇੰਟਰਨੈਟ ਦੇ ਉੱਤੇ ਸਭ ਤੋਂ ਵਧੇਰੇ ਇਸ ਵਿਸ਼ੇ ਦਾ ਪ੍ਰਚਾਰ ਜਿਹੜਾ ਉਹ ਦਾਸ ਦੇ ਜਥੇ ਦਾ, ਸ਼ਾਇਦ ਉਹੀ ਸੁਣ ਕੇ ਤੁਸੀਂ ਸਾਨੂੰ ਇਸ ਸੇਵਾ ਦਾ ਮੌਕਾ ਦਿੱਤਾ। ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬਾਨ, ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਤੁਹਾਡਾ ਸੱਦਾ ਪੱਤਰ ਸਾਡੇ ਤੱਕ ਦਿੱਤਾ। ਇੱਕ ਨਕਸ਼ਾ ਵੇਖਿਓ, ਤੁਹਾਡਾ ਮਨ ਜੁੜੇ ਇਤਿਹਾਸ ਨਾਲ। ਇੱਕ 22 ਸਾਲ ਦਾ ਨੌਜਵਾਨ ਹੈ, ਇਹਦਾ ਪੁੱਤ ਆਪਣਾ ਹੱਕ ਮੰਗਦਾ ਸਿੱਖ ਹੋਣ ਦਾ, ਤੇ ਸਰਕਾਰ ਇਹਨੂੰ ਅੱਤਵਾਦੀ ਕਹਿੰਦੀ ਹੈ। ਅੱਜ ਵੀ ਤੁਸੀਂ ਥਾਣਿਆਂ ਵਿੱਚ ਜਾਓ ਨਾ, ਅੱਜ ਵੀ, ਤੇ ਇਹ ਚੀਜ਼ਾਂ ਦੀਆਂ ਤੁਹਾਨੂੰ ਝਲਕਾਰਾਂ ਪੈਣਗੀਆਂ ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਸਮੇਂ ਦੇ ਥਾਣੇ ਵੇਖੇ ਨੇ। ਤੇ ਥਾਣੇ ਵਿੱਚ 2 ਬੂਟੇ ਹੁੰਦੇ ਨੇ, ਇੱਕ ਟਾਹਲੀ ਦਾ ਤੇ ਇੱਕ ਪਿੱਪਲ ਦਾ ਜਾਂ ਬੋੜ ਦਾ ਅਕਸਰ ਹੁੰਦਾ ਸੀ। ਹੁਣ ਥਾਣੇ ਦੀ ਦਿੱਖ ਬਦਲ ਗਈ। ਇੱਕ 65 ਸਾਲ ਦਾ ਬੁੱਢਾ ਪੁਲਿਸ ਵਾਲਿਆਂ ਨੇ ਫੜਿਆ, ਲਿਜਾ ਕੇ ਆਹ ਰੱਸਾ ਪਾ ਕੇ ਪਿੱਪਲ ਦੇ ਨਾਲ ਨੂੜ ਦਿੱਤਾ। ਕਿਉਂ? ਕਿਉਂਕਿ ਬੁੱਢੇ ਦਾ ਪੁੱਤ ਪੇਸ਼ ਹੋਵੇਗਾ ਇਹਦੇ ਮਗਰ। ਜਿਨ੍ਹਾਂ ਨੇ ਉਹ ਦਿਨ ਵੇਖੇ ਨੇ, ਅੱਜ ਉਹਨਾਂ ਸਾਹਮਣੇ ਉਹ ਗੱਲ ਝਲਕ ਮਾਰੇਗੀ। ਹੁਣ ਬੁੱਢੇ ਬਾਪ ਦੇ ਮਗਰ ਇਹਦਾ ਪੁੱਤ ਪੇਸ਼ ਹੋ ਗਿਆ, ਉਮਰ 22-25 ਸਾਲ ਹੈ, ਤੇ ਨੌਜਵਾਨ ਪੁੱਤ ਨੂੰ ਸੰਗਲ ਲਾ ਕੇ ਟਾਹਲੀ ਦੇ ਨਾਲ ਬੰਨ ਲਿਆ ਗਿਆ। ਮਾਫੀ ਮੰਗ ਕੇ ਅਗਲੀ ਗੱਲ ਕਹਿ ਰਿਹਾ। ਹੁਣ ਇਸ ਬੁੱਢੇ ਬਾਪ ਦੇ ਸਾਹਮਣੇ, ਇਸ ਜਵਾਨ ਭਰਾ ਦੇ ਸਾਹਮਣੇ ਇਹਦੀ 20-22 ਸਾਲਾਂ ਦੀ ਭੈਣ ਲਿਆਂਦੀ ਗਈ ਹੈ। ਸਿੱਖਾਂ ਨਾਲ ਕਿਹੜੇ ਕਿਹੜੇ ਤਸ਼ੱਦਦ ਹੋਏ ਨੇ। ਮਾਫ ਕਰਿਓ, 5 ਉਂਗਲਾਂ ਬਰਾਬਰ ਨਹੀਂ ਤੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ, ਪਰ ਉਹਨਾਂ ਦਿਨਾਂ ਵਿੱਚ ਸਾਨੂੰ ਸਾਰੇ ਮੁਲਾਜ਼ਮ ਵੀ ਇੱਕੋ ਜਿਹੇ ਵੇਖਣ ਵਾਸਤੇ ਮਿਲੇ। ਆ ਬੁੱਢਾ ਬਾਪ ਦੇ ਸਾਹਮਣੇ, ਜਵਾਨ ਭਰਾ ਦੇ ਸਾਹਮਣੇ ਨਸ਼ੇ ਵਿੱਚ ਧੁੱਤ ਹੋਏ ਇਹਨਾਂ ਮੁਲਾਜ਼ਮਾਂ ਨੇ ਧੀ ਦੇ ਬਸਤਰ ਪਾੜ ਦਿੱਤੇ ਨੇ। ਇਹ ਬੁੱਢੇ ਬਾਪ ਨੂੰ ਧਰਤੀ ਗਰਕ ਜਾਣ ਨੂੰ ਵੇਲ ਨਹੀਂ ਦਿੰਦੀ। ਇੱਥੋਂ ਦੀ ਲੰਘੀ ਹੈ ਸਾਡੀ ਸਿੱਖੀ। ਅੱਜ ਤੁਹਾਡੇ ਵਾਸਤੇ ਸੁਣਨਾ ਬੜਾ ਸੌਖਾ ਤੇ ਮੇਰੇ ਵਾਸਤੇ ਗਾਉਣਾ ਬੜਾ ਸੌਖਾ ਹੈ। ਹੁਣ ਬੁੱਢਾ ਬਾਪ ਨੀਵੀਂ ਧੌਣ ਪਾ ਕੇ ਪੈਰ ਦੇ ਅੰਗੂਠੇ ਦੇ ਨਾਲ ਮਿੱਟੀ ਪੱਟ ਰਿਹਾ ਤੇ ਸੰਗਲਾਂ ਵਿੱਚ ਜਕੜਿਆ ਹੋਇਆ ਬੁੱਢੇ ਬਾਪ ਦਾ ਜਵਾਨ ਪੁੱਤ ਇਸ ਭੈਣ ਦਾ ਭਰਾ ਸ਼ੇਰ ਵਾਂਗੂ ਦਹਾੜ ਦਹਾੜ ਕੇ ਪਤਾ ਕੀ ਕਹਿੰਦਾ, ਇੱਕ ਵਾਰ ਮੇਰੀਆਂ ਬਾਹਾਂ ਤੇ ਖੋਲੋ, ਫਿਰ ਵੇਖੋ ਸਿੰਘਾਂ ਦੇ ਹੱਥ। ਇੱਥੇ ਤੇ ਬੇਬਸੀ ਆ ਦੁਨੀਆ ਦੇ ਲੋਕੋ। ਕਿਸੇ ਖੂਹ ਦੀ ਮੌਣ ਦੇ ਉੱਤੇ, ਕਿਸੇ ਨਹਿਰ ਦੇ ਕੰਢੇ ਤੇ ਬੈਠ ਕੇ ਸੋਚਿਓ, ਉਸ ਖੂਹ ਦੇ ਵਿੱਚੋਂ ਅੱਜ ਵੀ ਆਵਾਜ਼ਾਂ ਆਉਂਦੀਆਂ ਨੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਮਾਰ-ਮਾਰ ਕੇ ਖੂਹਾਂ ਵਿੱਚ ਸੁੱਟ ਦਿੱਤੇ ਤੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ, ਆ ਸਾਡੇ ਵਾਰਸਾਂ ਨੂੰ ਜਾ ਕੇ ਕਹਿ ਦਿਓ ਕਿ ਸਾਨੂੰ ਜ਼ਾਲਮਾਂ ਨੇ ਮਾਰ ਕੇ ਇਸ ਖੂਹ ਵਿੱਚ ਸੁੱਟਿਆ। ਸੁਣਨਾ ਜਰਾ ਆਉਣ ਵਾਲੀਆਂ ਲਾਈਨਾਂ ਟਾਹਲੀ ਜੱਥੇ। ਮੁਕਾਵਣ ਵਾਸਤੇ ਵਾਰਸ ਚੁੱਕ ਲਵੋ ਹਥਿਆਰ, ਮਾਂ ਹੱਥ ਬੰਨ ਕਰਦੀ ਬੇਨਤੀ, ਅੱਖਾਂ ਲੱਗ ਜਾ ਮੇਰੀਆਂ ਮੰਨ ਲੈ ਸਮੇਂ ਦੇ ਹਾਕਮਾਂ। ਇੱਕ ਵਾਰ ਸਮੁੱਚੇ ਸ਼ਹੀਦਾਂ ਨੂੰ ਮੁੱਖ ਰੱਖ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੀ ਕੌਮ ਦੇ ਸ਼ਹੀਦ ਕਿੰਨੇ ਨੇ ਬਾਈ? ਪੁੱਛਣ ਤੇ ਪਤਾ ਲੱਗਦਾ ਕਿ ਸਭ ਤੋਂ ਪਹਿਲੇ ਸ਼ਹੀਦ ਸਾਡੇ ਨੇ ਗੁਰੂ ਅਰਜਨ ਦੇਵ ਮਹਾਰਾਜ, ਤੇ ਸਾਡੀ ਕੌਮ ਦਾ ਆਖਰੀ ਸ਼ਹੀਦ ਕੌਣ ਹੈ?
ਤੇ 492 ਸਾਲਾਂ ਦਾ ਸਾਡਾ ਇਤਿਹਾਸ ਹੈ। ਸਮੁੰਦਰ ਵਿੱਚ ਸਿੱਪੀਆਂ ਗਿਣੀਆਂ ਜਾ ਸਕਦੀਆਂ, ਅਸਮਾਨ ਵਿੱਚ ਤਾਰੇ ਗਿਣੇ ਜਾ ਸਕਦੇ ਨੇ, ਪਰ ਸਾਡੀ ਕੌਮ ਦੇ ਸ਼ਹੀਦ ਨਹੀਂ ਗਿਣੇ ਜਾ ਸਕਦੇ। ਪਰ ਗਿਣਤੀ ਕਰਨ ਵਾਲਿਆਂ ਨੇ ਜਿਹੜੀ ਗਿਣਤੀ ਕੀਤੀ ਉਹ ਕੋਈ ਘੱਟ ਨਹੀਂ ਹੈ। 492 ਸਾਲਾਂ ਵਿੱਚ 9 ਲੱਖ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਆਣੇ ਬਜ਼ੁਰਗ ਬੈਠੇ ਹੋ, ਸੂਝਵਾਨ ਸਰੋਤਾ ਜਨ ਬੈਠੇ ਹੋ। ਜਿਹੜੇ ਅਕਾਲੀ ਦਲ ਨੂੰ ਆਪਾਂ ਮੌਰਾਂ 'ਚ ਡਾਂਗਾ ਖਾ ਖਾ ਕੇ ਖੜੇ ਕੀਤਾ ਨਾ, ਅੱਜ ਉਹਨੂੰ ਸਾਂਭੋ ਜੇ ਸਾਂਭ ਹੁੰਦਾ ਤਾਂ, ਅੱਜ ਆਪਣੇ ਵਿਰਸੇ ਨੂੰ ਸਾਂਭੋ ਜੇ ਸਾਂਭ ਹੁੰਦਾ ਤਾਂ। ਇਹ ਸਾਡੇ ਲਈ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ। ਸਿੱਖ ਇੱਕ ਵੱਖਰੀ ਹੋਂਦ ਹੈ ਸਾਡੀ ਸਿੱਖੀ ਵਿੱਚ। ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਕੈਸੇ ਕੈਸੇ ਹੱਕ ਮਿਲ ਗਏ ਨੇ ਤੇ ਸਾਨੂੰ ਹਰਦਮ ਪੈਰਾਂ ਵਿੱਚ ਲਤਾੜਿਆ ਜਾ ਰਿਹਾ। ਵਾਹਿਗੁਰੂ ਕਿਰਪਾ ਕਰੇ। ਮੈਂ ਆਖਰੀ ਵਾਰ ਕਹਿ ਕੇ ਸਮਾਪਤੀ ਕਰਨ ਲੱਗਾ, ਜੇ ਇਹ ਯੋਧੇ ਨਾ ਹੁੰਦੇ ਜਿਨ੍ਹਾਂ ਦੀ ਬਾਤ ਮੈਂ ਪਾਉਣ ਲੱਗਾ, ਸ਼ਾਇਦ ਤੁਹਾਡੇ ਵਿੱਚੋਂ ਵੀ ਇੱਥੇ ਹੋਰ ਕਈ ਨਾ ਬੈਠੇ ਹੁੰਦੇ। ਪਤਾ ਕਿਉਂ? ਕਿਉਂਕਿ ਅਗਲਾ ਕੱਲ ਪਤਾ ਨਹੀਂ ਕਿਹਦਾ ਸੀ ਜਿਹਦਾ ਝੂਠਾ ਪੁਲਿਸ ਮੁਕਾਬਲਾ ਬਣ ਜਾਣਾ ਸੀ। ਅਗਲਾ ਕੱਲ ਕਿਹਦਾ ਹੁੰਦਾ? ਸ਼ਾਇਦ ਮੈਂ ਨਾ ਹੁੰਦਾ, ਸ਼ਾਇਦ ਤੁਸੀਂ ਨਾ ਹੁੰਦੇ। ਇਹ ਬਣਦੇ ਸਿਵਿਆਂ ਨੂੰ ਠੱਲ ਪਾਉਣ ਵਾਸਤੇ ਮਾਮਾ ਨੇ ਸ਼ੀਣੇ ਪੁੱਤ ਜੰਮੇ। ਮੈਂ ਉਹਨਾਂ ਦੀ ਵਾਰ ਕਹਿਣ ਲੱਗਾ। ਇੱਕ ਗੱਲ ਹੋਰ ਯਾਦ ਰੱਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਰਾਜਨੀਤੀ ਤੋਂ ਹਟ ਕੇ ਗੁਰੂ ਕੀ ਸੰਗਤ ਵਿੱਚ ਬੈਠਿਆ ਕਰੋ, ਰਾਜਨੀਤੀ ਤੋਂ ਹਟ ਕੇ। ਔਰ ਇੱਕ ਬੇਨਤੀ ਮੈਂ ਹੋਰ ਕਰਨ ਲੱਗਾ ਤੁਹਾਡੇ ਨਾਲ। ਸੱਚਖੰਡ ਸੀ ਦਰਬਾਰ ਸਾਹਿਬ ਜਾਂਦੇ ਹੋ ਨਾ ਮੱਥਾ ਟੇਕਣ ਵਾਸਤੇ, ਕਿਉਂਕਿ ਸਾਡੇ ਲਈ ਚਿੰਤਾ ਵਾਲੀਆਂ ਗੱਲਾਂ ਨੇ ਅੱਜ। ਚਿੰਤਾ ਵਾਲੀਆਂ ਆਪਾਂ ਜਾਂਦੇ ਆ, ਦੇ ਕਰਾਉਂਦੇ ਆ ਕੋਈ 1000 ਦੀ, 1100 ਦੀ, 5-5 ਲੱਖ ਦੇ ਰਮਾਲਾ ਸਾਹਿਬ ਵੀ ਭੇਟ ਕਰਦੇ ਆ, ਪਰ ਉੱਥੇ ਕਿਤੇ ਜਾ ਕੇ ਇਹ ਗੱਲ ਤੇ ਚਿੰਤਾ ਵੀ ਪ੍ਰਗਟਾਇਆ ਕਰੋ। ਉਹ ਕਿਹੜੀ ਗੱਲ? ਬਜ਼ੁਰਗ ਬੈਠੇ ਨੇ। ਅੱਜ ਤੋਂ 12-14 ਸਾਲ ਪਹਿਲਾਂ ਆਪਾਂ ਦਰਬਾਰ ਸਾਹਿਬ ਜਾਂਦੇ ਸੀ ਮੱਥਾ ਟੇਕਣ, ਤਾਂ ਜਦੋਂ ਆਪਾਂ ਪ੍ਰਕਰਮਾਂ ਦੇ ਵਿੱਚ ਘੁੰਮਦੇ ਸੀ ਤੇ ਪ੍ਰਕਰਮਾਂ ਦੇ ਵਿੱਚ ਗਿਣਤੀ ਵਿੱਚ 80 ਸਿੱਖ ਤੇ 20 ਦੂਜੇ ਧਰਮਾਂ ਦੇ ਸੀ। ਮੰਨਿਆ ਕਿ ਉਹਦੇ 4 ਦਰਵਾਜ਼ੇ ਨੇ, ਹਰ ਧਰਮ ਵਾਸਤੇ ਉੱਥੇ ਆਉਣਾ ਜਾਣਾ ਰਸਤਾ ਹੈ। ਮੈਂ ਉਸ ਗੱਲ ਦੇ ਉੱਤੇ ਪਾਬੰਦੀ ਨਹੀਂ ਲਾਉਂਦਾ। ਹਰ ਧਰਮ ਦਾ ਬੰਦਾ ਆ ਜਾ ਸਕਦਾ ਹੈ, ਜੀ ਸਦਕੇ ਆਓ, ਜਮ ਆਓ। ਪਰ ਜਿਹੜੀ ਸਾਡੇ ਵਾਸਤੇ ਚਿੰਤਾ ਕਰਨ ਵਾਲੀ ਗੱਲ ਹੈ ਉਹ ਕਿਹੜੀ ਹੈ? ਅੱਜ ਤੋਂ ਆਪਾਂ 12-14 ਸਾਲ ਪਹਿਲਾਂ ਜਾਂਦੇ ਸੀ ਤੇ ਪ੍ਰਕਰਮਾਂ ਦੇ ਵਿੱਚ 80 ਸਿੱਖ ਤੇ 20 ਹੋਰ ਧਰਮਾਂ ਦੇ। ਤੇ ਅੱਜ ਤੁਸੀਂ ਕਿਤੇ ਗਏ ਨਾ ਦਰਬਾਰ ਸਾਹਿਬ, ਤੇ ਇਹ ਗੱਲ ਨੂੰ ਨੋਟ ਕਰਕੇ ਵੇਖ ਲਿਓ, ਅੱਜ ਉੱਥੇ 60 ਸਿੱਖ ਤੇ 40 ਹੋਰ ਧਰਮਾਂ ਦੇ ਹੈ। ਤੇ ਸਿੱਖਾਂ ਦੀ ਗਿਣਤੀ ਕਿਉਂ ਘਟ ਰਹੀ ਹੈ ਉੱਥੇ ਬਾਈ? ਤੇ ਆਉਣ ਵਾਲੇ 10 ਸਾਲਾਂ ਵਿੱਚ ਗਿਣਤੀ ਕਿਹੜੀ ਹੋਊਗੀ? ਜੇ ਇਵੇਂ 20 ਕਰਕੇ ਆਪਾਂ ਘਟਦੇ ਰਹੇ ਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਗਿਣਤੀ ਕੀ ਰਹੂਗੀ? ਚਿੰਤਾ ਇਸ ਗੱਲ ਦੀ ਹੈ ਤੇ ਇਸ ਚਿੰਤਾ ਦਾ ਹੱਲ ਆਪਾਂ ਰਲ ਕੇ ਕੱਢਣਾ। ਵਾਹਿਗੁਰੂ ਕਿਰਪਾ ਕਰੇ। ਮਾਮਾ ਦੇ ਛੀੜੇ ਪੁੱਤ ਜਿਨ੍ਹਾਂ ਨੇ ਸਾਨੂੰ ਇਹ ਧਰਮ ਬਚਾ ਕੇ ਦਿੱਤਾ, ਸਾਡੇ ਇਹ ਸਿਵੇ ਠੰਡੇ ਕਰਕੇ ਸਾਡੀ ਅਗਲੀ ਪੀੜ੍ਹੀ ਨੂੰ ਬਚਾਉਣ ਦਾ ਯਤਨ ਕੀਤਾ। ਮੈਂ ਪਹਿਲਾਂ ਜ਼ਿਕਰ ਕੀਤਾ ਕਿ ਰਾਜਨੀਤੀ ਸੋਚ ਵਾਲੇ ਬੈਠੇ ਹੋਣਗੇ, ਪਰ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਹੋ ਨਾ, ਉਦੋਂ ਰਾਜਨੀਤੀ ਸੋਚ ਬਾਹਰ ਰੱਖਿਆ ਕਰੋ, ਕਿਉਂਕਿ ਦੋ ਪੱਖ ਨੇ। ਮੰਨ ਲਓ ਦੋ ਘੁਲਦੇ ਨੇ ਖੜ ਦੇ ਵਿੱਚ, ਇੱਕ ਢਹਿੰਦਾ ਇੱਕ ਢਾਉਣ ਵਾਲਾ ਬਣ ਜਾਂਦਾ। ਹੁਣ ਜੇ ਆਪਾਂ ਕਿਤੇ ਇਤਿਹਾਸ ਵਿੱਚ ਗੱਲ ਕਰਾਂਗੇ ਨਾ, ਬਾਬਰ ਦੀ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਨਾਲ ਆਵੇਗਾ। ਤੇ ਜੇ ਆਪਾਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੀ, ਤੇ ਚੰਦੂ ਦਾ ਨਾਂ ਨਾਲ ਆਵੇਗਾ। ਤੇ ਜੇ ਆਪਾਂ ਗੱਲ ਕਰਾਂਗੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਤੇ ਵਜੀਦ ਖਾਨ ਦਾ ਨਾਂ ਨਾਲ ਆਵੇਗਾ। ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਛੇੜਾਂਗੇ ਤੇ ਔਰੰਗਜ਼ੇਬ ਦੀ ਗੱਲ ਨਾਲ ਚੱਲੇਗੀ। ਤਾਂ ਮੈਨੂੰ ਮਾਫ ਕਰਿਓ, ਜੇ ਹੁਣ ਆਪਾਂ ਕਿਤੇ ਇਹ 84 ਦੀਆਂ ਬਾਤਾਂ ਪਾਵਾਂਗੇ ਨਾ, ਤੇ ਉੱਥੇ ਫਿਰ ਜਿੰਨੇ ਵੀ ਦੂਸਰੇ ਪੱਖ ਦੇ ਲੋਕ ਨੇ ਉਹਨਾਂ ਦਾ ਨਾਂ ਤੇ ਨਾਲ ਦੀ ਨਾਲ ਆਵੇਗਾ। ਹੁਣ ਭਾਵੇਂ ਆਪਣਿਆਂ ਦੀ ਬਹਾਦਰੀ ਕਹਿ ਲਓ ਤੇ ਭਾਵੇਂ ਦੂਜਿਆਂ ਦਾ ਢਹਿਣਾ ਕਹਿ ਲਓ, ਜੋ ਉਹਨਾਂ ਨੇ ਕਰਨਾ ਸੀ ਸਿੱਖਾਂ ਉੱਤੇ ਉਹਨਾਂ ਨੇ ਕਰ ਦਿੱਤਾ, ਤੇ ਜੋ ਸਿੱਖਾਂ ਨੇ ਉਹਨਾਂ ਉੱਤੇ ਕੀਤਾ, ਫਿਰ ਉਹ ਵੀ ਤਾਂ ਸਾਨੂੰ ਹੁਣ ਸੁਣਨਾ ਚਾਹੀਦਾ ਨਾ। ਫਿਰ ਵੱਡਾ ਦਿਲ ਕਰਕੇ ਇਹ ਵੀ ਤਾਂ ਸੁਣਨਾ ਚਾਹੀਦਾ ਨਾ। ਮਾਸਟਰ ਮਾਈਂਡ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਸ਼ਹੀਦ ਭਾਈ ਦਿਲਾਵਰ ਸਿੰਘ। ਮੈਂ ਪਰਿਵਾਰ ਨੂੰ ਮਿਲਿਆ ਕੈਨੇਡਾ ਵਿੱਚ, ਬੜਾ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ। ਹੁਣ ਲੜਾਈਆਂ ਹੁੰਦੀਆਂ ਨਹੀਂ, ਲੜਾਈਆਂ ਦੇ ਕਾਰਨ ਬਣਦੇ ਨੇ। ਹੁਣ ਜਿੱਦਣ ਭਾਈ ਬਿਆਨ ਸਿੰਘ ਤੇ ਸਤਵੰਤ ਸਿੰਘ ਦਿੱਲੀ ਪੁਲਿਸ ਵਿੱਚ ਭਰਤੀ ਹੋਏ ਸੀ, ਉਦੋਂ ਉਹਨਾਂ ਦਾ ਕੋਈ ਇਰਾਦਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਸੀ, ਤੇ ਜੇ ਇਰਾਦਾ ਉਹਨਾਂ ਦਾ ਕਤਲ ਕਰਨ ਦਾ ਹੁੰਦਾ ਉਹ ਨਾਲ ਭਰਤੀ ਕਰਦੇ? ਮਾਫ ਕਰਨਾ, ਕਦੇ ਵੀ ਨਹੀਂ। ਫਿਰ ਇਹ ਤੇ ਅਕਾਲ ਤਖਤ ਢੱਠਾ ਸਿੱਖਾਂ ਦਾ ਖੂਨ ਖੋਲਿਆ, ਕਿਉਂਕਿ ਆਪਣੇ ਧਰਮ ਦੇ ਨਾਲ, ਆਪਣੇ ਇਸ਼ਟ ਦੇ ਨਾਲ ਅਸੀਂ ਪਿਆਰ ਕਰਨ ਵਾਲੇ ਆ। ਸੁਣਿਓ ਜਰਾ, ਹੁਣ ਸਰਕਾਰ ਪੰਜਾਬ ਦੇ ਵਿੱਚ ਸੀ ਉਹਨਾਂ ਦਿਨਾਂ ਵਿੱਚ, ਮੁੱਖ ਮੰਤਰੀ ਬੇਅੰਤ ਸਿੰਘ ਦੀ, ਤੇ ਪੱਗਾਂ ਵਾਲਿਆਂ ਕੋਲੋਂ ਪੱਗਾਂ ਵਾਲਿਆਂ ਦੇ ਕਤਲ ਕਰਵਾਏ ਗਏ। ਇਹ ਵੀ ਇੱਕ ਰਾਜਨੀਤੀ ਹੈ। ਪੱਗਾਂ ਵਾਲਿਆਂ ਕੋਲੋਂ ਪੱਗਾਂ ਵਾਲਿਆਂ ਦੇ ਕਤਲ ਕਰਵਾਏ ਗਏ ਆ, ਇਹ ਵੀ ਇੱਕ ਰਾਜਨੀਤੀ ਹੈ। ਤਾਂ ਮੈਨੂੰ ਮਾਫ ਕਰੋ, ਇਹਨਾਂ ਸਿਵਿਆਂ ਨੂੰ ਠੱਲ ਪਾਉਣ ਵਾਸਤੇ ਮਾਮਾ ਨੇ ਛੀਣੇ ਪੁੱਤ ਜੰਮੇ ਨੇ। RDX ਮੰਗਾ ਕੇ ਇੱਕ ਬਿਲਟ ਬੰਬ ਤਿਆਰ ਕੀਤਾ ਗਿਆ। ਮੈਂ ਮੁੱਖ ਦੀ ਗੱਲ ਕਰਾਂ, 31 ਅਗਸਤ ਦਿਨ ਗਿਣਿਆ ਮਿੱਥਿਆ ਗਿਆ, ਤੇ ਹੁਣ ਜੱਦੋ ਜਹਿਦ ਹੋ ਰਹੀ ਹੈ। ਵੇਖੋ, ਮੌਤ ਨੂੰ ਆਪਣੇ ਗਲ ਦੇ ਨਾਲ ਲਾਉਣਾ,
ਅੱਜ ਲੋਕੀ ਪੈਸਾ ਕਮਾਉਣ ਦੇ ਉੱਤੇ ਲੱਗੇ ਹੋਏ ਨੇ, ਪਰ ਉਹਨਾਂ ਨੇ ਧਰਮ ਕਮਾਉਣ ਦਾ ਯਤਨ ਕੀਤਾ, ਧਰਮ ਕਮਾਉਣ ਦਾ। ਤੇ ਜਿਨ੍ਹਾਂ ਨੇ ਧਰਮ ਕਮਾਇਆ ਹੋਵੇ, ਬਾਤਾਂ ਫਿਰ ਉਹਨਾਂ ਦੀਆਂ ਪੈਂਦੀਆਂ ਇਤਿਹਾਸ ਵਿੱਚ, ਉਹਨਾਂ ਦੇ ਨਾਂ ਹੀ ਲਿਖੇ ਜਾਂਦੇ ਨੇ। ਹੁਣ ਭਾਈ ਜਗਤਾਰ ਸਿੰਘ ਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਲਾਵਰ ਸਿੰਘ ਜਦੋਂ ਯਾਦ ਹੋ ਗਈ, ਇੱਕ ਕਹਿੰਦਾ ਜੀ ਮੈਂ ਬੈਲਟ ਬੰਨਣੀ, ਦੂਜਾ ਕਹਿੰਦਾ ਮੈਂ ਬੈਲਟ ਬੰਨਣੀ ਹੈ। ਮੇਰੀਓ ਭੈਣੋ, ਇਹ ਬੈਲਟ ਕੋਈ ਟੌਰ ਵਾਸਤੇ ਨਹੀਂ ਹੈ। ਜਿਹਨੇ ਵੀ ਇਹ ਬੈਲਟ ਬੰਨਣੀ ਹੈ ਨਾ, ਉਹਨੇ ਆਪਣੇ ਆਪ ਨੂੰ ਸਿੱਧਾ ਮੌਤ ਦੇ ਹਵਾਲੇ ਕਰ ਦੇਣਾ, ਕਿਉਂਕਿ ਜਦੋਂ ਬੈਲਟ ਵਿੱਚ ਲੱਗਿਆ ਬੰਬ ਚੱਲੇਗਾ ਤੇ ਪਹਿਲਾਂ ਆਪਣੇ ਚੀਥੜੇ ਉੱਡਣਗੇ, ਤੇ ਇੰਨਾ ਮੌਤ ਨੂੰ ਗਲ ਦੇ ਨਾਲ ਲਾਉਣ ਦਾ ਚਾਹ ਚੜਿਆ ਯੋਧਿਆਂ ਨੂੰ। ਹੁਣ ਭਾਈ ਜਗਤਾਰ ਸਿੰਘ ਵਾਰਾ ਕਹਿੰਦਾ ਪਰਚੀਆਂ ਪਾਓ, ਤੇ ਜਦੋਂ ਪਰਚੀਆਂ ਪਾਈਆਂ ਤੇ ਪਰਚੀ ਨਿਕਲੀ ਹੈ ਭਾਈ ਦਲਾਵਰ ਸਿੰਘ ਦੇ ਨਾਂ ਵਾਲੀ, ਉਹਨੂੰ ਚੜ ਗਿਆ ਚਾਹ। ਤੇ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਇਹ ਸੇਵਾ ਮੈਂ ਕਰਨੀ ਸੀ। ਜਗਤਾਰ ਸਿੰਘ ਵਾਰਾ ਆਖਣ ਲੱਗਾ ਭਾਈ ਸਾਹਿਬ ਨਾਲ ਰਾਗ ਮੁਕਾ ਨਾ ਤੰਦੀ ਟੁੱਟੀਏ, ਇਹ ਸੇਵਾ ਇਹਦੇ ਹਿੱਸੇ ਵਿੱਚ ਆਈ। ਹੁਣ ਭਾਈ ਦਲਾਵਰ ਸਿੰਘ ਨੇ ਬੈਲਟ ਚੱਕੀ, ਆਪਣੇ ਲੱਕ ਨਾਲ ਬੰਨੀਏ, ਤੋਰਨ ਲੱਗਾ ਤੇ ਜਾਣ ਲੱਗਾ। ਜਦੋਂ ਕਲਾਵੇ ਭਰ ਕੇ ਮਿਲਦਾ ਨਾ ਸਿੰਘਾਂ ਨੂੰ, ਤੇ ਭਾਈ ਜਗਤਾਰ ਸਿੰਘ ਵਾਰਾ ਆਖਣ ਲੱਗਾ ਦਲਾਵਰ ਸਿਆ ਸੰਭਲ ਕੇ ਜਾਈ, ਸਮੇਂ ਬਾਰ-ਬਾਰ ਨਹੀਂ ਬਣਦੇ, ਜੇ ਇੱਕ ਵਾਰ ਸਮਾਂ ਹੱਥੋਂ ਲੰਘ ਗਿਆ ਨਾ ਤੇ ਮੁੜ ਕੇ ਆਪਣੇ ਨਾਲ ਕੀ ਹੋਣਾ ਇਹ ਤੂੰ ਭਲੀ ਭਾਂਤ ਜਾਣਦਾ। ਤੇ ਜਾਣ ਲੱਗਾ, ਉਹਨੇ ਆਪਣੀ ਅੰਤਮ ਅਰਦਾਸ ਆਪ ਕੀਤੀ ਹੈ ਭਾਈ ਦਲਾਵਰ ਸਿੰਘ ਨੇ। ਜਦੋਂ ਆਪਣੀ ਅੰਤਮ ਅਰਦਾਸ ਆਪ ਕੀਤੀ ਤੇ ਭਾਈ ਜਗਤਾਰ ਸਿੰਘ ਨੂੰ ਆਖਣ ਲੱਗਾ ਜਗਤਾਰ ਸਿਆ ਮੈਂ ਤੇਰੇ ਸਾਹਮਣੇ ਆਪਣੀ ਅੰਤਮ ਅਰਦਾਸ ਆਪ ਕੀਤੀ ਹੈ, ਤੇ ਅੰਤਮ ਅਰਦਾਸ ਦਾ ਮਤਲਬ ਤੈਨੂੰ ਦੱਸਣ ਦੀ ਲੋੜ ਨਹੀਂ। ਤੇ ਤੂੰ ਇਹ ਗੱਲ ਕਹਿਣਾ ਕਿ ਸਮਾਂ ਹੱਥੋਂ ਨਿਕਲ ਗਿਆ ਤੇ ਆਪਣੇ ਨਾਲ ਕੀ ਹੋਣਾ, ਕਹਿੰਦਾ ਤੂੰ ਟੀਵੀ ਜਾਂ ਰੇਡੀਓ ਔਨ ਕਰਕੇ ਬਹਿ ਜਾ, ਤੈਨੂੰ 5:15 ਵਜੇ ਵਾਲੀਆਂ ਖਬਰਾਂ ਦੱਸ ਦੇਣਗੀਆਂ ਕਿ ਇਹ ਸਮਾਂ ਲੰਘਿਆ ਕਿ ਨਹੀਂ ਲੰਘਿਆ, ਜੇ ਲੰਘਿਆ ਤੇ ਕਿਵੇਂ ਲੰਘਿਆ, ਜੇ ਨਹੀਂ ਲੰਘਿਆ ਤੇ ਕਿਉਂ ਨਹੀਂ ਲੰਘਿਆ। ਇੰਨੀ ਗੱਲ ਕਹਿ ਕੇ ਸੂਰਮਾ ਛੱਡ ਗੱਜ ਕਰਾ ਹੋ ਕੇ ਕਾਰ 'ਚ ਸਵਾਰ ਪਹੁੰਚ ਗਿਆ ਮੁੱਖ ਮੰਤਰੀ ਦੇ ਦਫ਼ਤਰ ਦੇ ਅੱਗੇ। 3 ਕਾਰਾਂ ਇੱਕੋ ਜਿਹੀਆਂ ਸਨ, ਹੂ ਬਹੂ, ਤੇ ਮੌਕੇ ਦੀ ਮੌਕੇ ਮੁੱਖ ਮੰਤਰੀ ਡਿਸੀਜਨ ਲੈਂਦਾ ਸੀ ਵੀ ਆਪਾਂ ਕਿਹੜੀ ਕਾਰ ਵਿੱਚ ਬੈਠ ਕੇ ਜਾਣਾ। ਹੁਣ ਜਦੋਂ ਦਫ਼ਤਰ ਤੋਂ ਹੋਈ ਛੁੱਟੀ, ਦੂਜੇ ਨੰਬਰ ਤੇ ਜਾ ਕੇ ਕਾਰ ਲੱਗੀ ਹੈ ਸ਼ਹੀਦ ਭਾਈ ਦਲਾਵਰ ਸਿੰਘ ਵਾਲੀ। ਜਦੋਂ ਦੂਜੇ ਨੰਬਰ ਦੇ ਉੱਤੇ ਕਾਰ ਲੱਗੀ ਨਾ, ਤੇ ਮੁੱਖ ਮੰਤਰੀ ਅੰਦਰੋਂ ਦਫ਼ਤਰ ਤੋਂ ਛੁੱਟੀ ਹੋ ਕੇ ਆਪਣੀ ਗੱਡੀ ਵਿੱਚ ਬਹਿਣ ਵਾਸਤੇ ਆ ਰਿਹਾ। ਤੁਰੇ ਆਉਂਦੇ ਨੇ ਆਪਣਾ ਪੈਂਤੜਾ ਬਦਲ ਲਿਆ ਵੀ ਅੱਜ ਪਹਿਲੇ ਨੰਬਰ ਵਾਲੀ ਗੱਡੀ ਵਿੱਚ ਬਹਿ ਕੇ ਜਾਂਦੇ ਆ। ਉਹਨੇ ਜਦੋਂ ਪਹਿਲੇ ਨੰਬਰ ਵਾਲੀ ਕਾਰ ਵੱਲ ਨੂੰ ਆਪਣਾ ਪੈਂਤੜਾ ਬਦਲਿਆ ਤੇ ਭਾਈ ਦਲਾਵਰ ਸਿੰਘ ਨੇ ਬਾਜ ਵਾਲੀ ਅੱਖ ਦੇ ਨਾਲ ਤੱਕਿਆ ਬਈ ਇਹ ਤਾਂ ਅਗਲੀ ਕਾਰ ਵਿੱਚ ਬੈਠ ਕੇ ਨਿਕਲ ਜਾਵੇਗਾ ਤੇ ਮੇਰੇ ਹੱਥੋਂ ਸਮਾਂ ਫਿਰ ਨਿਕਲ ਜਾਵੇਗਾ। ਉਹਨੇ ਕਲਗੀਆਂ ਵਾਲੇ ਪਾਸੇ ਨੂੰ ਕੀਤਾ ਯਾਦ, ਉਹਨੇ ਛੱਡਿਆ ਜਕਾਰਾ, ਕਾਰ ਦੇ ਦਰਵਾਜ਼ੇ ਵਿੱਚ ਮਾਰੀ ਹੈ ਲੱਤ, ਕਾਰ ਵਿੱਚੋਂ ਬਾਹਰ ਮਾਰਦਾ ਛਾਲ ਤੇ ਬੰਬ ਦਾ ਪਾਤਾ ਰੌਲਾ। ਜਿਹੜੇ ਨਾਲ ਦੇ ਸਿਕਿਉਰਿਟੀ ਵਾਲੇ ਸੀ ਉਹਨਾਂ ਵਿੱਚ ਭਗਦੜ ਮਚ ਗਈ ਬਈ ਕਿੱਧਰ ਬੰਬ ਤੇ ਕਿਹੜਾ ਬੰਬ ਤੇ ਕੌਣ ਬੰਬ। ਇੰਨੀ ਦੇਰ ਨੂੰ ਸ਼ੇਰ ਨੇ ਮਾਰੀਆਂ 2 ਛਾਲਾਂ, ਜਾ ਕੇ ਮੁੱਖ ਮੰਤਰੀ ਦਾ ਭਰ ਲਿਆ ਕਾਲਾ, ਪਾ ਕੇ ਇੱਕ ਬਾਹ ਉੱਪਰ ਦੀ ਲਾ ਲਿਆ ਛਾਤੀ ਦੇ ਨਾਲ, ਦੂਜਾ ਹੱਥ ਰੱਖਿਆ ਬੈਲਟ ਦੇ ਉੱਤੇ, ਟੱਪਿਆ ਬਟਨ ਤੇ ਚੱਲ ਲਗਾ ਪਟਾਕੇ ਸਿੰਘ ਸ਼ੇਰ ਨੇ ਹੋ ਕੋਈ ਤੜ ਖੇਡ ਲੈ ਪਹੁੰਚਾ ਮਾਰ ਲੈ, ਹੋਣੀ ਬੋਲਦੀ ਉਹ ਸਿਰ ਤੇ ਕੁਗਲੀ। मौका देख के दिलावर सिंह शेर ने मौका देख के दिलावर सिंह शेर हद ता बंब दा ही बटन दबा पै गया ते मच्छी हाकार सी।
ਤੇ ਮਚੀ ਹਾਕਾਰ ਸੀ ਉਹਨਾਂ ਦਿੱਤੀ ਤੜਫਲੀ ਸੀ ਮਚਾ ਉਹਦੇ ਕੰਬ ਗਈ ਦਿੱਲੀ ਸਰਕਾਰ ਸੀ ਉਦੋਂ ਕੰਬ ਗਈ ਦਿੱਲੀ ਸਰਕਾਰ ਸੀ ਬਦਲਾ ਕਤਲ ਦਾ ਸਿੰਘ ਨੇ ਲਿਆ ਕਰ ਟੁਕੜੇ ਉਡਾਤਾ ਹਵਾ 'ਚ ਕਰ ਟੁਕੜੇ ਉਡਾਤਾ ਹਵਾ 'ਚ ਕਿੰਦਾ ਲੱਭਿਆ ਨੇ ਹੋਸ਼ ਦਾ ਨਿਸ਼ਾਨ ਪੱਥ ਖਾਲਸੇ ਦਾ ਹੋ ਮੇਰੀ ਦਾਦ ਵੇ ਖਾਲਸੇ ਦਾ ਵੈਰੀ ਗਿਆ ਸੋਧਿਆ ਹੁਣ ਨਹੀਂ ਓਟ ਫਿਰ ਗੁਰੂ ਦੀ ਪਿਆ ਜਿਹੜਾ ਖਾਲਸੇ ਦੇ ਮੂਰੇ ਸਿੰਘੋੜਿਆ ਖਾਲਸੇ ਦੇ ਮੂਰੇ ਸਿੰਘੋੜਿਆ ਉਹਨੂੰ ਭੱਜਣੇ ਦਾ ਲੱਭਦਾ ਨਾਰਾ ਦੌੜ ਪਾ ਜਗਰ ਰਹਿੰਦੀਆਂ ਮਰਦਾ ਤੇਰੀਆਂ ਜਗਰ ਚੜ੍ਹਦੇ ਜਗਤਾਰ ਸਿਆ ਤੇਰੀਆਂ ਜਗਰ ਚੜ੍ਹਦੀਆਂ ਦਲਾ ਵਸਿਆ ਤੇਰੀਆਂ ਹਾਂ ਜੀ ਹਾਂ ਬੜਾ ਦੁਨੀਆ ਜਾਣ ਹਾਂ ਸਿੰਘ ਸਿਰ ਕਿਸੇ ਦਾ ਨਾ ਲਾਉਣ ਲੱਗੇ ਸੋਚਦੇ ਨਾ ਸਿਰ ਆਪਣਾ ਕਟਾਉਣ ਲੱਗੇ ਸੋਚਦੇ ਕੌਮ ਉੱਤੇ ਬਣੇ ਭੀੜ ਜੰਮਦੇ ਹਵਾਰੇ ਫਿਰ ਬੰਬ ਨਾਲ ਬੈਰੀ ਨਾ ਅਡਾਉਣ ਲੱਗੇ ਸੋਚਦੇ ਦਿਲ ਵਿੱਚ ਸੰਤਾਂ ਲਈ ਪਿਆਰ ਠਾਠਾ ਮਾਰਦਾ ਏ ਗੱਡੀਆਂ ਤੇ ਫੋਟੋਆਂ ਨਾ ਲਾਉਣ ਲੱਗੇ ਸੋਚਦੇ ਕੰਗ ਅਤੇ ਵਾਰਸ ਵੀ ਕਰਦੇ ਵਿਚਾਰਾਂ ਬਹਿ ਕੇ ਸਿੰਘ ਕਦੇ ਪੁੰਨ ਨਾ ਕਮਾਉਣ ਲੱਗੇ ਸੋਚਦੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਕੁਰਬਾਨੀ ਤੇ ਜਜ਼ਬੇ ਨੂੰ ਮੁੱਖ ਰੱਖ ਕੇ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬੁਲਾਰੇ ਵਾਸਤੇ ਪੈਂਤੜਾ ਬਦਲਣਾ ਬੜਾ ਔਖਾ ਹੋ ਜਾਂਦਾ। ਜਦੋਂ ਮੈਂ ਪਹਿਲਾ ਵਿਸ਼ਾ ਆਰੰਭ ਕੀਤਾ ਤੇ ਮੈਨੂੰ ਮਗਰੋਂ ਹੁਕਮ ਆ ਗਿਆ ਜੀ ਕਿ ਜਗਤਾਰ ਸਿੰਘ ਵਾਰੇ ਉਹਨਾਂ ਦੀ ਵਾਰ ਜ਼ਰੂਰ ਪੜ੍ਹਿਓ, ਸ਼ਾਇਦ ਕਿਤੇ ਰਾਹਿਬ ਗਾਏ ਇਹਨਾਂ ਨੇ ਜ਼ਰੂਰ ਸੁਣੀ ਹੋਵੇਗੀ। ਵਾਹਿਗੁਰੂ ਕਿਰਪਾ ਕਰੇ ਥੋੜੇ ਸਮੇਂ ਅੰਦਰ ਬਹੁਤਾ ਕੁਝ ਕਹਿਣ ਦਾ ਯਤਨ ਕੀਤਾ, ਆਸ ਕਰਦਾ ਹਾਂ ਪ੍ਰਵਾਨ ਕਰੋਗੇ। ਸਮੇਂ ਦੀ ਸਮਾਪਤੀ ਹੈ ਜੀ। ਕੋਟਨ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਖੁੱਲ੍ਹੇ ਦਰਸ਼ਨਦਾਰੇ ਦੇ ਕੇ ਨਿਆਲ ਕੀਤਾ। ਧੰਨਵਾਦ ਹੈ ਸਮੁੱਚੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ, ਗੁਰੂ ਬਾਬਾ ਕਿਰਪਾ ਕਰੇ ਜਿਨ੍ਹਾਂ ਨੇ ਸੱਦਾ ਪੱਤਰ ਦੇ ਕੇ ਆਪ ਸਿੱਖ ਸੰਗਤਾਂ ਦੇ ਦਰਸ਼ਨਦਾਰੇ ਕਰਵਾਏ ਨੇ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਸਰਪੰਚ ਸਾਹਿਬਾਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਤੁਹਾਡਾ ਸੱਦਾ ਪੱਤਰ ਸਾਡੇ ਤੱਕ ਪਹੁੰਚਾਇਆ। ਗੁਰੂ ਬਾਬਾ ਕਿਰਪਾ ਕਰੇ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਂ ਰੂਪੀ ਅਸੀਸਾਂ ਆਈਆਂ ਜਿਨ੍ਹਾਂ ਦੇ ਦਾਸ ਲੈ ਕੇ ਵੀ ਨਹੀਂ, ਜਿਨ੍ਹਾਂ ਖਜ਼ਾਨਾ ਜੋ ਮਾਇਆ ਆਈ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ। ਸਾਊਂਡ ਵਾਲੇ ਵੀਰ ਦਾ ਧੰਨਵਾਦ, ਅਕਾਲ ਸਹਾਇ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹ ਲਾਈਵ ਪ੍ਰੋਗਰਾਮ ਚੱਲ ਰਿਹਾ। ਭੁਚੰਗੀ ਪਿੱਛੇ ਬੈਠੇ ਨੇ, ਉਹਨਾਂ ਨੇ ਬਾਅਦ ਵਿੱਚ ਸ਼ਾਇਦ ਤੁਹਾਡੇ ਦਰਸ਼ਨ ਵੀ ਕਰਨੇ ਨੇ। ਮੈਂ ਰਾਤ ਵੀ ਇਹਨਾਂ ਨੂੰ ਲਾਈਵ ਸੁਣ ਰਿਹਾ ਸੀ ਘਰ ਬੈਠਾ। ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਲਾਈਵ ਦਾ, ਜਿੱਥੇ ਜਿੱਥੇ ਵੀ ਬੰਦਾ ਬੈਠਾ ਉੱਥੇ ਉੱਥੇ ਇਹ ਸੁਣ ਸਕਦਾ। ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਇਸ ਪ੍ਰੋਗਰਾਮ ਨੂੰ ਵੇਖ ਰਹੀਆਂ ਨੇ, ਉਹਨਾਂ ਵੱਲੋਂ ਮਾਣ ਆਇਆ। ਬਹੁਤ ਬਹੁਤ ਧੰਨਵਾਦ ਹੈ। ਸਤਿਕਾਰਯੋਗ ਮੇਰੇ ਤੋਂ ਬਾਅਦ ਵਿੱਚ ਆਉਣ ਵਾਲਾ ਕਵਿਸ਼ਰੀ ਜਥਾ ਭਾਈ ਸਾਹਿਬ ਭਾਈ ਇੰਟਰਨੈਸ਼ਨਲ ਕਵਿਸ਼ਰੀ ਜਥਾ ਗਿਆਨੀ ਭਗਤ ਸਿੰਘ ਜੀ, ਉਹਨਾਂ ਵੱਲੋਂ ਵੀਰਾਂ ਦਾ ਮਾਣ ਹੋਇਆ। ਬਹੁਤ ਬਹੁਤ ਧੰਨਵਾਦ। ਗੁਰੂ ਬਾਬਾ ਕਿਰਪਾ ਕਰੇ, ਕਿਉਂਕਿ ਜਿੱਥੇ ਕੋਈ ਪੰਥਕ ਮਸਲਾ ਹੁੰਦਾ ਉੱਥੇ ਇਹਨਾਂ ਨੂੰ ਸਟੇਜਾਂ ਦੇ ਉੱਤੇ ਇਕੱਠਿਆਂ ਹੁੰਦਿਆਂ ਵੇਖਿਆ ਜਾ ਸਕਦਾ। ਪਿਛਲੇ ਦਿਨੀ ਮਾਝੇ ਦੀ ਧਰਤੀ ਤੋਂ ਢਾਡੀ ਸਭਾ ਕਵਿਸ਼ਰੀ ਸਭਾ ਤੇ ਦੁਆਬੇ ਵਿੱਚ ਉਹ ਦਾਸਰੇ ਵੀ ਨਾਲ ਗਏ ਸਨ ਕਿ ਜਿਹੜੇ ਉਹ ਦਰਬਾਰ ਸਾਹਿਬ ਦੇ ਰਸਤੇ ਵਿੱਚ ਲੱਗੇ ਹੋਏ ਬੁੱਤ ਸਨ ਉਹਨਾਂ ਨੂੰ ਹਟਾਉਣ ਵਾਸਤੇ ਡੀਸੀ ਤੱਕ ਮੰਗ ਪੱਤਰ ਦੇਣ ਵਾਸਤੇ ਬਹੁਤ ਸਹਿਯੋਗ ਰਿਹਾ ਉਹਨਾਂ ਜਥਿਆਂ ਦਾ। ਤੇ ਵਾਹਿਗੁਰੂ ਕਿਰਪਾ ਕਰੇ ਜੇ ਇਹ ਕਾਰਜ ਜਥਿਆਂ ਨੇ ਇਕੱਠੇ ਹੋ ਕੇ ਕੀਤਾ ਜਾਂ ਸੰਗਤ ਨੇ ਭਰਮਾ ਹੁੰਗਾਰਾ ਦਿੱਤਾ ਤੇ ਉਹਦੇ ਵਿੱਚ ਫਿਰ ਸਤਿਕਾਰਯੋਗ ਸਿੰਘ ਸਾਹਿਬਾਨ ਭਾਈ ਸਾਹਿਬ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ,
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਮਸਲਾ ਆਇਆ ਤੇ ਚਲੋ ਉਹ ਮਸਲਾ ਸੁਲਝਿਆ, ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਕੋਈ ਚੰਗੀ ਸੇਧ ਮਿਲ ਸਕਦੀ ਹੈ। ਨਹੀਂ ਤੇ ਆਪਾਂ ਵੇਖਦੇ ਆ ਨਾ ਕਿ ਟਿਕਟੌਕ ਦੇ ਤੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ, ਜਿਹੜੇ ਬੱਚੇ ਨੂੰ ਉੱਥੋਂ ਦੀ ਮਾਣ ਮਰਿਆਦਾ ਦਾ ਨਹੀਂ ਪਤਾ, ਤੇ ਜਿਹੜੇ ਬੱਚੇ ਹੁਣ ਬਾਹਰ ਭੰਗੜੇ ਵਾਲੇ ਬੁੱਤ ਵੇਖ ਕੇ ਜਾਣਗੇ ਤੇ ਅੰਦਰ ਜਾ ਕੇ ਕਿਹੜਾ ਭਜਨ ਕਰਨਗੇ, ਫਿਰ ਅੰਦਰ ਜਾ ਕੇ ਵੀ ਤਾਂ ਉਹੀ ਕੁਝ ਹੁੰਦਾ ਨਾ। ਉੱਥੇ ਕੋਈ ਚੰਗੀ ਸੇਧ ਦੇਣ ਵਾਲੇ ਬੁੱਤ ਲੱਗਣੇ ਚਾਹੀਦੇ। ਹੁਣ ਪਤਾ ਨਹੀਂ ਅਗਲਾ ਉਹਨਾਂ ਦਾ ਕਦਮ ਕੀ ਹੋਵੇਗਾ, ਪਰ ਜਿਹੜੀ ਚੀਜ਼ ਸਾਨੂੰ ਚੜਾਉਣ ਵਾਸਤੇ ਲੱਗੀ ਸੀ ਉਹ ਉੱਥੋਂ ਹਟ ਗਈ ਹੈ। ਇਹਦੇ ਵਿੱਚ ਸਾਡੀ ਜਿੱਤ ਹੈ। ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ। ਔਰ ਮੈਂ ਇੱਕ ਬੇਨਤੀ ਹੋਰ ਕਰਾਂ, ਕਿਉਂਕਿ ਇਹ ਮਾਧਿਅਮ ਵੀ ਤੇ ਸਟੇਜ ਵੀ ਹੈ, ਚਾਹੇ ਆਪਾਂ ਮੁਲਾਜ਼ਮ ਹਾਂ, ਚਾਹੇ ਆਪਾਂ ਗ੍ਰੰਥੀ ਹਾਂ, ਚਾਹੇ ਆਪਾਂ ਰਾਗੀ ਹਾਂ, ਚਾਹੇ ਆਪਾਂ ਢਾਡੀ ਹਾਂ, ਚਾਹੇ ਆਪਾਂ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰਦੇ ਹਾਂ, ਬਸ ਅੱਜ ਦੇ ਸਮੇਂ ਵਿੱਚ ਇੱਕ ਸੋਚ ਲੈ ਕੇ ਚੱਲਿਓ ਆਪਣੇ ਅੰਦਰ। ਪਿੱਛੇ ਜਿਹੜਾ ਹੋ ਗਿਆ, ਜਿਹੜਾ ਬੀਤ ਗਿਆ ਉਹਨੂੰ ਯਾਦ ਨਾ ਕਰ, ਤੇ ਜਿਹੜਾ ਰਹਿ ਗਿਆ ਉਹਨੂੰ ਬਰਬਾਦ ਨਾ ਕਰ। ਆਪਣੇ ਅੰਦਰ ਇੱਕ ਗੱਲ ਵਿਚਾਰ ਕੇ ਰੱਖਿਓ ਕਿ ਮਰਨਾ ਆਪਾਂ ਸਾਰਿਆਂ ਨੇ ਆ ਦੁਨੀਆ ਵਿੱਚੋਂ, ਚਲੇ ਆਪਾਂ ਸਾਰਿਆਂ ਨੇ ਜਾਣਾ। ਕੁਝ ਐਸਾ ਕਰਕੇ ਜਾਈਏ ਕਿ ਸਾਡੇ ਮਗਰੋਂ ਵੀ ਲੋਕੀ ਸਾਡੇ ਕਰਨੀ ਨਾਮਿਆਂ ਨੂੰ ਯਾਦ ਕਰਨ। ਜੇ ਸੇਵਾ ਵਿੱਚ ਆ ਤੇ ਸੇਵਾ ਮਨ ਲਾ ਕੇ ਕੀਤੀ ਜਾਣੀ ਚਾਹੀਦੀ ਹੈ, ਨਿਰਪੱਖ ਹੋ ਕੇ ਕੀਤੀ ਜਾਣੀ ਚਾਹੀਦੀ ਹੈ। ਜੇ ਆਪਾਂ ਗ੍ਰੰਥੀ ਸਿੰਘ ਆ ਤੇ ਗ੍ਰੰਥੀ ਸਿੰਘ ਦੀ ਜਿਹੜੀ ਡਿਊਟੀ ਬਾਖੂਬੀ ਉਵੇਂ ਨਿਭਾਉਣੀ ਚਾਹੀਦੀ ਹੈ। ਐਵੇਂ ਹਾਰੀ ਸਾਰੀ ਦੇ ਅੱਗੇ ਹੱਥ ਜੋੜ ਕੇ ਪੈਰਾਂ 'ਚ ਲਿਟ ਕੇ ਜੇ ਕੰਮ ਕੀਤਾ ਤੇ ਫਿਰ ਕੀ ਕੀਤਾ। ਕਹਿਣ ਤੋਂ ਭਾਵ ਕਿ ਸਾਡੇ ਪੰਥ ਨੂੰ ਸੇਧ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਰਾਗੀ ਢਾਡੀ ਕਵੀਸ਼ਰ, ਜੇ ਇਹੀ ਤਰਲੇ ਕੱਢੀ ਜਾਣਗੇ, ਦੂਜਿਆਂ ਦੇ ਪੈਰਾਂ 'ਚ ਡਿੱਗੀ ਜਾਣਗੇ, ਤੇ ਅਸੀਂ ਡਿੱਗੀ ਹੋਈ ਕੌਮ ਨੂੰ ਕਿਵੇਂ ਖੜੇ ਕਰ ਸਕਦੇ ਹਾਂ। ਇਹਦੇ ਬਾਬਤ ਸਾਨੂੰ ਕੁਝ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ। ਆਪੋ ਆਪਣੇ ਕਿੱਤੇ ਵਿੱਚੋਂ ਤੇ ਉਸ ਕਿੱਤੇ ਦੇ ਵਿੱਚ ਪਰਪੱਕ ਰਹਿ ਕੇ ਕੁਝ ਕਰਕੇ ਜਾਈਏ ਕੌਮ ਵਾਸਤੇ, ਧਰਮ ਵਾਸਤੇ, ਕਿ ਲੋਕ ਸਾਨੂੰ ਯਾਦ ਕਰਨ। ਜਿਵੇਂ ਮੈਂ ਤੁਹਾਡੇ ਕੋਲ ਵਚਨ ਲਿਆ ਨਾ ਕਿ ਮੈਨੂੰ ਨਹੀਂ ਪਤਾ ਸਟੇਜ ਦੇ ਉੱਤੋਂ ਕਦੇ ਐਸਾ ਪਹਿਲਾਂ ਪ੍ਰਚਾਰ ਹੋਇਆ ਕਿ ਨਹੀਂ ਹੋਇਆ, ਮੈਂ ਨਹੀਂ ਜਾਣਦਾ, ਪਰ ਮੇਰੀ ਜੋ ਡਿਊਟੀ ਬਣਦੀ ਸੀ, ਜੋ ਮੈਨੂੰ ਹੁਕਮ ਲੱਗਿਆ, ਮੈਂ ਉਵੇਂ ਕਹਿਣ ਦਾ ਯਤਨ ਕੀਤਾ। ਤੇ ਗੁਰਮਤ ਇਤਿਹਾਸ ਸਾਡਾ ਇਹੀ ਹੈ, ਇਹ ਵੀ ਸਾਡਾ ਇਤਿਹਾਸ ਹੈ। ਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ 84 ਦੇ ਸ਼ਹੀਦਾਂ ਦੀ ਯਾਦਗਾਰ ਬਣ ਸਕਦੀ ਹੈ, ਤੇ ਫਿਰ ਉਹਨਾਂ ਦਾ ਇਤਿਹਾਸ ਗਾਉਣ ਦੀ ਵੀ ਤਾਂ ਸਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਨਾ। ਇਸ ਕਰਕੇ ਹੁਣ ਮੈਂ ਤੁਹਾਡੇ ਕੋਲੋਂ ਇੱਕ ਪ੍ਰਣ ਲੈਣਾ, ਕੋਈ ਵੋਟਾਂ ਨਹੀਂ ਲੈਣੀਆਂ ਆਪਾਂ। ਜੇ ਸਾਡਾ ਬੋਲਣਾ, ਸਾਡੇ ਵੱਲੋਂ ਇਤਿਹਾਸ ਕਹਿਣਾ ਚੰਗਾ ਲੱਗਿਆ ਹੋਵੇ ਨਾ, ਤੇ ਇੱਕ ਬਾਂਹ ਖੜੀ ਕਰਕੇ ਜਕਾਰੇ ਦਾ ਜਵਾਬ ਜਕਾਰੇ ਵਿੱਚ ਦਿਓ, ਕਿਉਂਕਿ ਜਿੰਨੀਆਂ ਕੁ ਬਾਹਾਂ ਖੜੀਆਂ ਹੋਣਗੀਆਂ ਮੈਂ ਅੰਦਾਜ਼ਾ ਲੱਗ ਜਾਵੇਗਾ ਕਿ ਅਸੀਂ ਤੁਹਾਡੇ ਅੱਗੇ ਪਾਸ ਕਰਕੇ ਫੇਲ ਗਏ। ਪਰ ਇੱਕ ਗੱਲ ਹੋਰ ਹੈ ਕਿ ਮੂੰਹ ਰੱਖਣ ਵਾਸਤੇ ਨਾ ਬਾਂਹ ਖੜੀ ਕਰਿਓ ਵੀ ਗਿਆਨੀ ਸਾਹਮਣੇ ਖੜਾ, ਵੀ ਇਹਦੇ ਸਾਹਮਣੇ ਬਾਂਹ ਖੜੀ ਕਰ ਦਈਏ, ਮੇਰਾ ਗੁੱਸਾ ਗਿਲਾ ਕਿਸੇ ਨਾਲ ਨਹੀਂ ਹੋਵੇਗਾ। ਪਰ ਮੈਂ ਤੁਹਾਡੀ ਇੱਕ ਭਾਵਨਾ ਤੁਹਾਡੀ ਵੇਖਣੀ ਚਾਹੁੰਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਪ ਜੀ ਨੇ ਬੜਾ ਮਾਣ ਬਖਸ਼ਿਸ਼ ਕੀਤਾ, ਦੋ ਬਾਹਾਂ ਖੜੀਆਂ ਕਰਕੇ। ਸਦਾ ਆਪ ਜੀਆਂ ਦਾ ऋणी ਰਵਾਂਗਾ। ਤੁਹਾਡਾ ਆਪਣਾ ਢਾਡੀ ਜਥਾ, ਪੰਥਕ ਢਾਡੀ ਜਥਾ, ਇੰਟਰਨੈਸ਼ਨਲ 골ਡ ਮੈਡਲ ਢਾਡੀ ਜਥਾ, ਭਾਈ ਸੁਰਜੀਤ ਸਿੰਘ ਵਾਰਸ, ਪਿੰਡ ਨੰਗਲ, ਫਤਿਹਗੜ੍ਹ, ਜਲੰਧਰ ਸ਼ਹਿਰ। ਛਪੇ ਹੋਏ ਕਾਰਡ ਵੀ ਕੋਲ ਨੇ, ਕਿਸੇ ਨੂੰ ਲੋੜ ਹੋਵੇ ਲੈ ਸਕਦੇ ਹੋ। ਦੇਖੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਸ਼੍ਰੇਣੀ ਵਿੱਚੋਂ ਸਤਿਕਾਰਯੋਗ ਵੀਰ ਲਖਵਿੰਦਰ ਸਿੰਘ ਜੀ ਪਾਰਸ, ਉਹਨਾਂ ਦੇ ਢਾਡੀ ਜਥੇ ਵੱਲੋਂ ਮਾਣ ਆਇਆ। ਸਤਿਕਾਰਯੋਗ ਉਸਤਾਦ ਲੋਕ ਮਲਕੀਤ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ, ਬਹੁਤ ਬਹੁਤ ਧੰਨਵਾਦ ਹੈ। ਹੋਰ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਅਗਲਾ ਸਮਾਂ ਤੁਹਾਡਾ ਆਪਣਾ ਭਾਈ ਸਾਹਿਬ ਜੀ ਤੁਹਾਡੇ ਨਾਲ ਅਗਲੀਆਂ ਵਿਚਾਰਾਂ ਕਰਨਗੇ। ਆਉਂਦਿਆਂ ਫਤਿਹ ਦੀ ਸਾਂਝ ਪਾਈ ਤੇ ਜਾਂਦਿਆਂ ਫਤਿਹ ਦੀ ਸਾਂਝ ਪਾਓ। ਭਾਈ ਵੀਰ ਸਿੰਘ ਜੀ ਦੀਆਂ 4 ਲਾਈਨਾਂ ਕਹਿ ਕੇ ਮੈਂ ਫਤਿਹ ਬੁਲਾ ਰਿਹਾ। ਉਹ ਕਹਿੰਦੇ ਖੇੜੇ ਚਮਨ ਇੱਕ ਨਾਲਾ ਬਹਿੰਦਾ, ਮਤ ਜਾਣੋ ਮੁੜ ਵਹਿ ਕੇ ਨਾ, ਪੱਤ ਝੜੇ ਗੁਲਜ਼ਾਰ ਉਦਾਸੇ, ਸੁੰਦਰਤਾ ਮਤ ਰਹੇ ਕਿ ਨਾ, ਐ ਦਿਲ ਅਖਿਓ ਰੀਝਾਂ ਲਾ ਲਓ, ਮਤ ਜਾਣੋ ਮੁੜ ਲਹਿ ਕੇ ਨਾ, ਇਸ ਜ਼ਿੰਦਗੀ ਦਾ ਕੀ ਪ੍ਰਵਾਸਾ, ਆਉਂਦੀ ਰੁੱਤੇ ਰਹੇ ਕਿ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ